ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10th ਕਲਾਸ ਦੀ ਸਾਇੰਸ ਦੀ ਬੁੱਕ ਦਾ ਚੈਪਟਰ ਨੰਬਰ 2 ਐਸਿਡਸ ਬੇਸਿਸ ਐਂਡ ਸਾਲਟਸ। ਆਓ ਇਸ ਚੈਪਟਰ ਦੇ ਨੋਟਸ ਕਰੀਏ। ਪਾਰਟ 1 ਇਸ ਚੈਪਟਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਤਾਂ ਕਿ ਵੀਡੀਓ ਬਹੁਤ ਲੰਬਾ ਨਾ ਹੋ ਜਾਏ। ਸੋ ਤੁਸੀਂ ਸਾਰੇ ਆਪਣੀ ਨੋਟਬੁੱਕ ਲੈ ਲਓ, ਪੈਨ ਲੈ ਲਓ ਤੇ ਜਿਹੜੇ ਨੋਟਸ ਤਿਆਰ ਕਰਕੇ ਤੁਹਾਡੇ ਲਈ ਪੇਸ਼ ਕੀਤੇ ਜਾ ਰਹੇ ਨੇ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਕਾਪੀ ਡਾਊਨ ਕਰ ਲੈਣਾ ਹੈ ਤੇ ਨਾਲ ਜਿਹੜੀ ਐਕਸਪਲੇਨੇਸ਼ਨ ਦਿੱਤੀ ਜਾਏਗੀ, ਜੋ ਗੱਲਾਂ ਬੋਲ ਕੇ ਸਮਝਾਈਆਂ ਜਾਣਗੀਆਂ, ਉਸ ਨੂੰ ਵੀ ਤੁਸੀਂ ਵੀਡੀਓ ਪੌਜ਼ ਕਰਕੇ ਨਾਲ ਦੇ ਨਾਲ ਬ੍ਰੈਕਟ ਵਿੱਚ ਜਾਂ ਸਾਈਡ ਦੇ ਉਹ ਗੱਲਾਂ ਨੂੰ ਨੋਟ ਕਰੀ ਜਾਣਾ। ਠੀਕ ਹੈ, ਸੋ ਆਓ ਸ਼ੁਰੂ ਕਰੀਏ। ਪਹਿਲੀ ਗੱਲ ਤੇ ਕਿ ਐਲੀਮੈਂਟਸ ਅਸੀਂ ਜਾਣਦੇ ਹਾਂ ਕਿ ਦੇ ਆਰ ਮੋਰ ਦੈਨ 100 ਐਲੀਮੈਂਟਸ, ਮਤਲਬ ਕਿ ਗਿਣਤੀ ਇਸ ਵੇਲੇ 115 ਐਲੀਮੈਂਟ ਦੀ ਹੈ। ਸੋ ਦੇ ਕੰਬਾਈਨ ਵਿਦ ਈਚ ਅਦਰ ਟੂ ਗਿਵ ਅ ਵੈਰਾਈਟੀ ਆਫ ਕੰਪਾਊਂਡਸ। ਕਈ ਕਿਸਮ ਦੇ ਕੰਪਾਊਂਡ ਬਣਦੇ ਨੇ, ਕੈਲਸ਼ੀਅਮ ਕਾਰਬੋਨੇਟ, ਹਾਂਜੀ ਸੋਡੀਅਮ ਫਾਸਫੇਟ, ਮਤਲਬ ਕਿ 2, 3, 4 ਐਲੀਮੈਂਟਸ ਆਪਸ ਵਿੱਚ ਜੁੜ ਕੇ ਕੀ ਬਣਾਉਂਦੇ ਨੇ, ਕੋਈ ਨਾ ਕੋਈ ਕੰਪਾਊਂਡ ਬਣਾਉਂਦੇ ਨੇ। ਠੀਕ ਹੈ, ਐਂਡ ਆਲ ਥੀਸ ਕੰਪਾਊਂਡਸ ਕੈਨ ਬੀ ਡਿਵਾਈਡਡ ਇਨਟੂ 3 ਕੈਟੇਗਰੀਜ਼ ਡਿਪੈਂਡਿੰਗ ਅਪॉन देयर केमिकल प्रॉपर्टीज। ਮਤਲਬ ਮੋਟੇ ਤੌਰ ਤੇ ਜਿੰਨੇ ਵੀ ਕੰਪਾਊਂਡ ਨੇ ਇਹਨਾਂ ਨੂੰ ਉਹਨਾਂ ਦੀ ਕੈਮੀਕਲ ਪ੍ਰੋਪਰਟੀਜ਼, ਰਸਾਇਣਕ ਜਿਹੜੇ ਗੁਣ ਨੇ ਉਹਨਾਂ ਦੇ ਆਧਾਰ ਤੇ 3 ਕੈਟੇਗਰੀਜ਼ ਬ੍ਰੌਡਲੀ ਮੋਟੇ ਤੌਰ ਤੇ ਵੰਡਿਆ ਜਾ ਸਕਦਾ ਹੈ: ਐਸਿਡਸ, ਬੇਸਿਸ ਅਤੇ ਸਾਲਟਸ। ਠੀਕ ਹੈ, ਮਤਲਬ ਸਾਰੇ ਕੰਪਾਊਂਡਸ ਜਿੰਨੇ ਵੀ ਹੈਗੇ ਨੇ ਆਪਣੇ ਦੁਨੀਆ ਵਿੱਚ, ਉਹ ਸਾਰੇ ਨੂੰ ਮੋਟੇ ਤੌਰ ਤੇ ਅਸੀਂ 3 ਕੈਟੇਗਰੀ ਵਿੱਚ ਵੰਡ ਸਕਦੇ ਹਾਂ। ਠੀਕ ਹੈ, ਸੋ ਇਹੀ ਸਾਡਾ ਚੈਪਟਰ ਦਾ ਸਿਰਲੇਖ ਵੀ ਹੈਗਾ, ਐਸਿਡਸ, ਬੇਸਿਸ ਐਂਡ ਸਾਲਟਸ। ਇਸ ਵੀਡੀਓ ਵਿੱਚ ਅਸੀਂ ਐਸਿਡਸ ਤੇ ਬੇਸਿਸ ਦੀ ਗੱਲ ਕਰਾਂਗੇ ਤੇ ਜਿਹੜਾ ਪਾਰਟ 2 ਹੈਗਾ ਨੋਟਸ ਦਾ, ਉਹਦੇ ਵਿੱਚ ਅਸੀਂ ਸਾਲਟਸ ਦੀ ਗੱਲ ਕਰਾਂਗੇ। ਓਕੇ, ਐਸਿਡਸ ਇਹ ਬੱਚੋ ਇੱਕ ਨੰਬਰ ਦੀ ਡੈਫੀਨੇਸ਼ਨ ਆ ਸਕਦੀ ਹੈ, ਇਹ ਸਾਰਿਆਂ ਨੂੰ ਤੁਸੀਂ ਚੰਗੀ ਤਰ੍ਹਾਂ ਕੰਠ ਕਰ ਲੈਣਾ ਹੈ। ਐਸਿਡਸ ਟੇਸਟ ਸਾਵਰ, ਮਤਲਬ ਖੱਟੇ, ਕੰਡਕਟ ਇਲੈਕਟ੍ਰਿਸਿਟੀ, ਮਤਲਬ ਜਦੋਂ ਐਕੁਅਸ ਸੋਲੂਸ਼ਨ ਜਦੋਂ ਪਾਣੀ ਵਿੱਚ ਪਾ ਦਿਓ ਤੇ ਇਹ ਇਲੈਕਟ੍ਰਿਸਿਟੀ ਇਹਨਾਂ ਰਾਹੀਂ ਬਿਜਲੀ ਪ੍ਰਵਾਹਿਤ ਹੁੰਦੀ ਹੈ। ਐਂਡ ਟਰਨ ਬਲੂ ਲਿਟਮਸ ਰੈੱਡ, ਜਿਹੜਾ ਬਲੂ ਲਿਟਮਸ ਪੇਪਰ ਹੈਗਾ ਉਹਦਾ ਰੰਗ ਲਾਲ ਕਰ ਦਿੰਦੇ ਨੇ। ਦੇਖੋ ਇਹ ਰੈੱਡ ਕਿੱਦਾਂ ਯਾਦ ਰੱਖਣਾ, ਇੱਥੇ RED ਆਉਂਦਾ ਹੈ ਤੇ ਐਸਿਡ ਦੇ ਵਿੱਚ ਵੀ D ਆਉਂਦਾ ਹੈ। ਸੋ ਇੱਥੇ ਤੁਸੀਂ ਲਿਖ ਲਓ R ਉੱਤੇ ED। ਸੋ ਐਸਿਡਸ ਟਰਨ ਬਲੂ ਲਿਟਮਸ ਰੈੱਡ। ਠੀਕ ਹੈ, ਕਰਡ ਦਹੀਂ, ਲੈਮਨ ਜੂਸ ਨਿੰਬੂ ਦਾ, ਔਰੇਂਜ ਜੂਸ ਸੰਤਰੇ ਦਾ, ਐਂਡ ਵਿਨੇਗਰ ਸਿਰਕਾ, ਦੇ ਟੇਸਟ ਸਾਵਰ। ਇਹ ਤੇ ਅਸੀਂ ਸਾਰੇ ਜਾਣਦੇ ਹੀ ਹਾਂ, ਦਹੀਂ 'ਚ ਹੀ ਖਟਾਸ ਹੁੰਦੀ ਹੈ, ਲੈਕਟਿਕ ਐਸਿਡ ਹੁੰਦਾ ਹੈ, ਲੈਮਨ ਨਿੰਬੂ, ਸੰਤਰਾ ਮੌਸਮੀ, ਵਿਨੇਗਰ, ਸੇਬ ਵੀ ਖੱਟੇ ਹੁੰਦੇ ਨੇ ਕਈ, ਤੇ ਵਿਨੇਗਰ ਜਿਹੜਾ ਜਿਹਨੂੰ ਸਿਰਕਾ ਕਹਿੰਦੇ ਆ, ਦੇ ਟੇਸਟ ਸਾਵਰ ਐਂਡ ਦੇ ਕੰਟੇਨ ਐਸਿਡਸ। ਇਹ ਸਾਰੇ ਵਿੱਚ ਐਸਿਡ ਹੁੰਦਾ। ਠੀਕ ਹੈ, ਦੀ ਐਸਿਡਸ ਇਨ ਦੀ ਸਬਸਟੈਂਸਿਸ ਆਰ ਨੈਚੁਰਲ ਐਸਿਡਸ। ਇਹ ਕੁਦਰਤੀ ਤੌਰ ਤੇ ਐਸਿਡ ਹੈਗੇ ਨੇ, ਇਹਨਾਂ ਨੂੰ ਕਿਹਾ ਜਾਂਦਾ ਨੈਚੁਰਲ ਐਸਿਡਸ। ਠੀਕ ਹੈ, ਫਿਰ ਅਗਲੀ ਕੈਟੇਗਰੀ ਬੇਸਿਸ। ਬੇਸਿਸ ਟੇਸਟ ਬਿਟਰ, ਇਹਨਾਂ ਦਾ ਟੇਸਟ ਕੌੜਾ ਹੁੰਦਾ ਹੈ। ਇਹ ਵੀ ਕੰਡਕਟ ਇਲੈਕਟ੍ਰਿਸਿਟੀ, ਇਹਨਾਂ ਰਾਹੀਂ ਵੀ ਜਿਹੜੇ ਪਾਣੀ 'ਚ ਘੋਲ ਕੇ ਸੋਲੂਸ਼ਨ ਬਣਦਾ ਹੈ, ਦੇ ਕੰਡਕਟ ਇਲੈਕਟ੍ਰਿਸਿਟੀ। ਐਂਡ ਦੇ ਟਰਨ ਰੈੱਡ ਲਿਟਮਸ ਬਲੂ ਹੈ। B ਫॉर ਬੇਸਿਸ ਤੇ B ਫॉर ਬਲੂ। ਇੱਥੇ D ਸੀਗਾ, D ਫॉर ਰੈੱਡ, D ਤੋਂ ਰੈੱਡ ਵਿੱਚ D ਆਉਂਦਾ ਹੈ ਤੇ ਇੱਥੇ ਐਸਿਡਸ ਵਿੱਚ ਵੀ D ਆਉਂਦਾ ਹੈ, ਤੇ ਬੇਸਿਸ ਵਿੱਚ B ਆਉਂਦਾ ਹੈ ਤੇ ਬਲੂ ਵਿੱਚ ਵੀ B ਆਉਂਦਾ ਹੈ। ਸੋ ਬੇਸਿਸ ਦੇ ਟਰਨ ਰੈੱਡ ਲਿਟਮਸ ਬਲੂ। ਦੇ ਆਲਸੋ ਫੀਲ ਸੋਪੀ ਟੂ ਟੱਚ, ਤਿਲਕਣਾ ਜਾ, ਜਿੱਦਾਂ ਮਤਲਬ ਕਿ ਤੁਸੀਂ ਸਾਬਣ ਜਿਹੜੇ ਹੱਥ ਨੂੰ ਲਾਓ ਤੇ ਹੱਥ ਕਿਤੇ ਤਿਲਕਦੇ ਨੇ, ਤੇ ਬੇਸ ਜਿਹੜੇ ਨੇ ਇਹ ਵੀ ਜਿਹੜੇ ਇਹਨਾਂ ਨੂੰ ਹੱਥ ਲੱਗੇ, ਚਮੜੀ ਨੂੰ ਲੱਗਣਾ ਹੈ ਤੇ ਇੱਦਾਂ ਲੱਗਦਾ ਜਿਵੇਂ ਕਿ ਸਾਬਣ ਦੀ ਵੀ ਚੀਜ਼ ਆ ਗਈ ਹੈ। ਠੀਕ ਹੈ, ਤੇ ਇੱਕ ਹੁੰਦੇ ਨਿਊਟਰਲ, ਮਤਲਬ ਕਿ ਨਾ ਐਸਿਡ ਤੇ ਨਾ ਬੇਸ। These substances which are neither acidic nor basic, ठीक है, are called neutral, ਉਹਨਾਂ ਨੂੰ ਨਿਊਟਰਲ ਕਿਹਾ ਜਾਂਦਾ ਹੈ। Their solutions do not change the color of either red or blue litmus, ਮਤਲਬ ਕਿ ਉਹਨਾਂ 'ਚ ਪਾ ਦਿਓ ਜਿਹਦਾ ਡਿਸਟਿਲਡ ਵਾਟਰ ਹੈਗਾ ਸਾਡਾ, ਬਿਲਕੁਲ ਸ਼ੁੱਧ ਪਾਣੀ ਹੈਗਾ। ਠੀਕ ਹੈ, ਉਹ ਨਾ ਤੇ ਐਸਿਡਿਕ ਹੈਗਾ ਤੇ ਨਾ ਹੀ ਬੇਸਿਕ ਹੈਗਾ। ਠੀਕ ਹੈ ਬੱਚਿਓ, ਹੁਣ ਉਸੀ ਪਾਣੀ ਦੇ ਵਿੱਚ ਥੋੜ੍ਹਾ ਜਿਹਾ ਹਾਈਡਰੋਕਲੋਰਿਕ ਐਸਿਡ ਪਾ ਦਿਓ, ਥੋੜ੍ਹਾ ਨਿੰਬੂ ਪਾ ਦਿਓ ਤੇ ਉਹ ਪਾਣੀ ਕੀ ਬਣ ਜਾਏਗਾ, ਐਸਿਡਿਕ ਬਣ ਜਾਏਗਾ। ਉਹ ਬਲੂ ਲਿਟਮਸ ਨੂੰ ਰੈੱਡ ਕਰ ਦੇਗਾ। ਤੇ ਡਿਸਟਿਲਡ ਵਾਟਰ ਵਿੱਚ ਥੋੜ੍ਹਾ ਜਿਹਾ ਸੋਡਾ ਪਾ ਦਿਓ, ਆਪਣਾ ਕਾਸਟਿਕ ਸੋਡਾ ਪਾ ਦਿਓ ਜਾਂ ਪੋਟਾਸ਼ ਪਾ ਦਿਓ। ਠੀਕ ਹੈ, ਕਿਉਂ ਕੀ ਹੋ ਜਾਏਗਾ, ਫਿਰ ਉਹ ਬਲੂ ਲਿਟਮਸ ਨੂੰ, ਉਹ ਰੈੱਡ ਲਿਟਮਸ ਨੂੰ ਬਲੂ ਕਰ देगा, वो एल्केलाइन बन जाएगा, बेसिक बन जाएगा। ठीक है, आगे चलिए। इंडिकेटर्स,
ਇੰਡੀਕੇਟਰਸ ਮਤਲਬ ਕਿ ਜੋ ਇੰਡੀਕੇਟ ਕਰਦੇ ਨੇ, ਸਾਨੂੰ ਦੱਸਦੇ ਨੇ ਕਿ ਕਿਹੜਾ ਸੋਲੂਸ਼ਨ ਐਸਿਡਿਕ ਹੈ, ਕਿਹੜਾ ਸੋਲੂਸ਼ਨ ਬੇਸਿਕ ਹੈ। ਸੋ ਸਬਸਟੈਂसेस used to test whether a substance is acidic or basic are known as indicators। ਬਸ ਇਹਦੇ ਨਾਲ ਹੀ ਜਿੱਦਾਂ ਲਿਟਮਸ ਪੇਪਰ ਹੈਗਾ, ਠੀਕ ਹੈ। The indicators change their color when added to a solution containing an acidic or basic substance। ਮਤਲਬ ਕਿ ਉਹਦਾ ਰੰਗ ਚੇਂਜ ਹੋ ਜਾਂਦਾ ਤਾਂ ਪਤਾ ਲੱਗ ਜਾਂਦਾ। ਜਿੱਦਾਂ ਉਹਨੇ ਤੁਹਾਨੂੰ ਦੱਸਿਆ, ਜਿਹੜੇ ਐਸਿਡ ਨੇ ਦੇ ਟਰਨ ਬਲੂ ਲਿਟਮਸ ਰੈੱਡ, ਬੇਸਿਸ ਨੇ ਦੇ ਟਰਨ ਰੈੱਡ ਲਿਟਮਸ ਬਲੂ, ਠੀਕ ਹੈ। ਜਿਹੜਾ ਟਰਮਰਿਕ ਹਲਦੀ ਵੀ ਵਰਤੀ ਜਾਂਦੀ ਇਸ ਕੋਲ। ਲਿਟਮਸ ਆਮ ਵਰਤਿਆ ਜਾਂਦਾ ਲੈਬਾਂ ਦੇ ਵਿੱਚ ਹਰ ਜਗ੍ਹਾ। ਚਾਈਨਾ ਰੋਜ਼ ਪੈਟਲਸ, ਕਿਸੇ ਚਾਈਨਾ ਇੱਕ ਮਤਲਬ ਕਿ ਚਾਈਨਾ ਰੋਜ਼ ਕਿਹਾ ਜਾਂਦਾ, ਗੁਲਾਬ ਦਾ ਫੁੱਲ ਦੀਆਂ ਕੁਛ ਪੱਤੀਆਂ ਹੁੰਦੀਆਂ, ਉਹਦਾ ਵੀ ਸੱਤ ਜਿਹੜਾ ਹੈ ਵਰਤਿਆ ਜਾਂਦਾ ਇਸ ਕੰਮ ਲਈ। ਆਰ ਸਮ ਆਫ ਦੀ ਨੈਚੁਰਲੀ ਅਕਰਿੰਗ ਇੰਡੀਕੇਟਰਸ, ਠੀਕ ਹੈ। ਫਿਰ ਆ ਗਿਆ ਆਰਟੀਫਿਸ਼ੀਅਲ। ਮਿਥਾਈਲ ਔਰੇਂਜ ਐਂਡ phenolphthalein are synthetic indicators used to test acids and bases। ਤੁਸੀਂ ਬੱਚੇ ਦੋ ਤਿੰਨ ਨਾਂ ਯਾਦ ਰੱਖ ਲਓ ਕਰਨਗੇ ਕਿ give two examples of natural and synthetic indicators। ਤੇ ਤੁਸੀਂ ਨੈਚੁਰਲ ਵਿੱਚ ਟਰਮਰਿਕ ਤੇ ਲਿਟਮਸ ਦੇ ਸਕਦੇ ਹੋ, ਤੇ ਇਹ ਦੋ ਨਾਂ ਯਾਦ ਕਰਨੇ ਬਣਗੇ, ਮਿਥਾਈਲ ਔਰੇਂਜ ਤੇ phenolphthalein। ਇਹ ਸਿੰਥੈਟਿਕ ਨੇ, ਆਰਟੀਫਿਸ਼ੀਅਲ ਇੰਡੀਕੇਟਰ ਨੇ, ਠੀਕ ਹੈ। ਮਿਥਾਈਲ ਔਰੇਂਜ ਤੇ phenolphthalein, ਬਸ ਨਾਂ ਯਾਦ ਰੱਖ ਲਓ, ਇਸ ਤੋਂ ਜ਼ਿਆਦਾ ਅੱਗੇ ਡਿਟੇਲ ਜਾਣ ਦੀ ਲੋੜ ਨਹੀਂ ਹੈਗੀ ਸਾਨੂੰ ਇਸ ਸਟੇਜ ਤੇ, ਕਿਉਂਕਿ ਅਸੀਂ ਜ਼ਿਆਦਾਤਰ ਜਿਹੜਾ ਲਿਟਮਸ ਜਿਹੜਾ ਹੈ ਉਹ ਲੈਬਾਂ ਦੇ ਵਿੱਚ, ਲੈਬੋਰੇਟਰੀ ਵਿੱਚ, ਪ੍ਰਯੋਗਸ਼ਾਲਾ ਵਿੱਚ ਵਰਤਿਆ ਜਾਂਦਾ, ਠੀਕ ਹੈ। ਅੱਗੇ ਚਲੀਏ, ਹੁਣ ਲਿਟਮਸ ਦੇ ਬਾਰੇ ਥੋੜੀ ਐਕਸਟਰਾ ਜਾਣਕਾਰੀ ਲੈ ਲਈਏ। ਲਿਟਮਸ ਇਜ਼ ਦੀ ਮੋਸਟ ਕਾਮਨਲੀ ਯੂਜ਼ਡ ਨੈਚੁਰਲ ਇੰਡੀਕੇਟਰ। ਮੈਂ ਤੁਹਾਨੂੰ ਦੱਸਿਆ ਸਭ ਤੋਂ ਜ਼ਿਆਦਾ ਇਹੀ ਯੂਜ਼ ਹੁੰਦਾ ਹੈ। ਇਟ ਇਜ਼ ਐਕਸਟ੍ਰੈਕਟਿਡ, ਐਕਸਟ੍ਰੈਕਟ ਮੈਨੇ ਕੱਢਿਆ ਜਾਂਦਾ ਹੈ, ਫਰੋਮ ਲਿਚਨਸ, ਐਂਡ ਇੱਕ ਹੈ ਮਤਲਬ ਕੁਦਰਤੀ ਤੌਰ ਤੇ ਇੱਕ ਬੂਟਾ ਹੈ ਉਹ ਚੋਂ ਕੱਢਿਆ ਜਾਂਦਾ ਹੈ। ਐਂਡ ਹੈਜ਼ ਅ ਮੌਵ, ਇਹਨੂੰ ਕਹਿੰਦੇ ਮੌਵ ਜਾਂ ਜਿਹਨੂੰ ਕਹਿੰਦੇ ਬੈਂਗਣੀ ਰੰਗ, ਮੌਵ ਪਰਪਲ ਕਲਰ, ਜਿਹਦਾ ਬਤਾਊਂ ਦਾ ਰੰਗ ਹੁੰਦਾ ਹੈ, ਬੈਂਗਣ ਦਾ, ਬ੍ਰਿੰਜਲ ਦਾ ਕਲਰ ਹੁੰਦਾ ਹੈ। ਇਨ ਡਿਸਟਿਲਡ ਵਾਟਰ, ਠੀਕ ਹੈ, ਨਿਊਟਰਲ ਵਾਟਰ ਵਿੱਚ ਇਹਦਾ ਇਹ ਰੰਗ ਹੁੰਦਾ ਹੈ। When added to an acid solution it turns red, and when added to basic solution it turns blue, ठीक है। It is normally available as red and blue litmus paper। ਸਾਡੀ ਸਹੂਲਤ ਲਈ, ਕਿਉਂਕਿ ਅਸੀਂ ਨਿਊਟਰਲ ਚੀਜ਼ ਦੇ ਵਿੱਚ ਚੈੱਕ ਕਰਨੀ ਨਹੀਂ, ਨਿਊਟਰਲ ਤੇ ਜ਼ਿਆਦਾ ਡਿਸਟਿਲਡ ਵਾਟਰ ਹੀ ਹੁੰਦਾ ਆਮ ਤੌਰ ਤੇ, ਠੀਕ ਹੈ। ਸੋ ਕੋਈ ਨਾ ਕੋਈ ਚੀਜ਼ ਐਸਿਡਿਕ ਹੈ ਜਾਂ ਬੇਸਿਕ ਹੈ, ਤੇ ਚੈੱਕ ਕਰਨ ਲਈ ਫਿਰ ਉਹਨੇ ਕੀ ਕੀਤਾ ਹੈ, ਇਹ ਜਿਹੜਾ ਮੌਵ ਰੰਗ ਹੈ ਇਹਨੂੰ ਆਮ ਤੌਰ ਤੇ ਲੈਬ ਦੇ ਵਿੱਚ ਰੈੱਡ ਲਿਟਮਸ ਜਾਂ ਬਲੂ ਲਿਟਮਸ ਦੇ ਤੌਰ ਤੇ ਇਹਨੂੰ ਉਪਲਬਧ ਕਰਾਇਆ ਜਾਂਦਾ ਹੈ। ਇਟ ਇਜ਼ ਅਵੇਲੇਬਲ ਇਨ ਦੀ ਫਾਰਮ ਆਫ ਰੈੱਡ ਐਂਡ ਬਲੂ ਲਿਟਮਸ ਪੇਪਰ, ਠੀਕ ਹੈ। ਟਰਮਰਿਕ ਕੈਨ ਆਲਸੋ ਵੀ ਯੂਜ਼ਡ ਐਜ਼ ਐਨ ਇੰਡੀਕੇਟਰ, ਪਰ ਉਹ ਟਰਮਰਿਕ ਆਮ ਤੌਰ ਤੇ ਇੱਦਾਂ, ਇਹ ਸਿਰਫ ਤੁਹਾਡੀ ਜਾਣਕਾਰੀ ਲਈ ਹੈ ਕਿ ਹਲਦੀ ਹੈ ਉਹ ਵੀ ਇਸ ਕੰਮ ਲਈ ਵਰਤੀ ਜਾ ਸਕਦੀ ਹੈ, ਪਰ ਲੈਬਸ ਦੇ ਵਿੱਚ ਪ੍ਰੋਪਰ ਜੋ ਸਿਸਟਮ ਹੈ, ਜੋ ਸਾਡਾ ਬਿਲਕੁਲ ਦਰੁਸਤ, ਉਹ ਹੈ ਰੈੱਡ ਐਂਡ ਬਲੂ ਲਿਟਮਸ ਪੇਪਰ, ਠੀਕ ਹੈ। ਐਸਿਡਸ ਅਰਾਊਂਡ ਅਸ, ਸਾਡੇ ਆਲੇ ਦੁਆਲੇ ਦੇਖੋ ਬੱਚੇ ਬੜੇ ਐਸਿਡ ਨੇ, ਔਰ ਬੜੀ ਰੋਚਕ ਜਾਣਕਾਰੀ ਹੈ, ਬੜੀ ਰੋਚਕ ਜਾਣਕਾਰੀ ਹੈ, ਸਾਨੂੰ ਪਤਾ ਹੋਣਾ ਚਾਹੀਦਾ ਹੈ। ਜਿਹੜਾ ਵਿਨੇਗਰ ਹੈ, ਵਿਨੇਗਰ ਸਿਰਕਾ, ਇਹਦੇ ਵਿੱਚ ਹੁੰਦਾ ਐਸੀਟਿਕ ਐਸਿਡ, CH3COOH ਇਹਦਾ ਫਾਰਮੂਲਾ ਹੁੰਦਾ ਹੈ, ਲਿਖ ਲਓ CH3COOH। ਤੇ ਇੱਕ ਹੁੰਦਾ ਮੈਥਨੋਇਕ ਐਸਿਡ। ਇਹ ਜਿਹੜੀ ਕੀੜੀ, ਐਂਟਸ ਬਾਈਟ, ਕਈ ਵਾਰ ਬੈਠੇ ਹੋ ਪੈਰ ਦੀ ਕੀੜੀ ਚੜ੍ਹ ਜਾਂਦੀ, ਡੰਗ ਮਾਰਦੀ ਬੜੀ ਜ਼ੋਰ ਦੀ, ਤੇ ਸਾਡਾ ਇੱਕੋ ਦਮ ਨਾ ਅਸੀਂ ਤਰਵਕ ਜਾਂਦੇ ਹਾਂ। ਤੋ ਅਸਲ ਵਿੱਚ ਕੀ ਹੁੰਦਾ ਹੈ, ਉਹ ਕੀੜੀ ਸਾਡੇ ਅੰਦਰ ਮੈਥਨੋਇਕ ਐਸਿਡ ਪਾ ਦਿੰਦੀ ਹੈ। ਇਹਨੂੰ ਕਿਹਾ ਜਾਂਦਾ ਹੈ ਕਿ ਨਾਂ ਇਹਦਾ ਹੋਰ ਵੀ ਹੈ, ਥੱਲੇ ਮੈਂ ਲਿਖਿਆ ਹੈ, ਮੈਥਨੋਇਕ ਐਸਿਡ ਇਜ਼ ਆਲਸੋ ਨੋਨ ਐਜ਼ ਫਾਰਮਿਕ ਐਸਿਡ, ਇਹ ਦੂਜਾ ਨਾਂ ਹੈਗਾ। ਸੋ ਇਹ ਕੈਮੀਕਲ ਨਾਮ ਮੈਥਨੋਇਕ ਐਸਿਡ ਹੈਗਾ, ਫਾਰਮਿਕ ਐਸਿਡ ਆਮ ਜਨਰਲ ਨਾਂ ਹੈਗਾ ਇਹਦਾ, ਠੀਕ ਹੈ। ਸੋ ਐਂਟਸ ਬਾਈਟ, ਕੀੜੀ ਦਾ ਜਿਹੜਾ ਡੰਗ ਹੈ ਉਹਦੇ ਵਿੱਚ ਫਾਰਮਿਕ ਐਸਿਡ ਹੁੰਦਾ ਹੈ। ਉਹ ਐਸਿਡ ਸਾਡੀ, ਉਹ ਆਪਣੇ ਡੰਗ ਰਾਹੀਂ, ਸੂਈ ਰਾਹੀਂ ਉਹ ਸਾਡੀ ਚਮੜੀ ਦੇ ਵਿੱਚ ਮਾਰ ਦਿੰਦੀ, ਜਿਹਦਾ ਟੀਕਾ ਲਾਈਦਾ, ਠੀਕ ਹੈ। ਤੇ ਉਹ ਐਸਿਡ ਹੁੰਦਾ, ਉਹਦੇ ਕਰਕੇ ਸਾਨੂੰ ਸਾਡਾ ਉੱਥੋਂ ਲਾਲ ਲਾਲ ਜਿਹਾ ਹੋ ਜਾਂਦਾ, ਸੁੱਜ ਜਾਂਦਾ ਹੈ। ਤੇ ਨੈਟਲ ਸਟਿੰਗ, ਨੈਟਲ ਬੱਚਿਓ ਇੱਕ ਜੰਗਲੀ ਬੂਟੀ ਹੁੰਦੀ ਹੈ, ਉਹ ਬੂਟੀ ਦੇ ਨਿੱਕੇ ਨਿੱਕੇ ਬੜੇ ਬਰੀਕ ਵਾਲ ਹੁੰਦੇ ਨੇ, ਤੇ ਜਦੋਂ ਇਹ ਸਾਡੇ ਸਰੀਰ ਨੂੰ ਛੂਹ ਜਾਏ, ਹੱਥ ਨੂੰ ਪੈਰ ਨੂੰ ਛੂਹ ਜਾਏ, ਤੇ ਉੱਥੇ ਬੜੀ ਜ਼ਿਆਦਾ ਜਲਨ ਹੁੰਦੀ ਹੈ, ਉਹਦੇ ਵਿੱਚ ਵੀ ਇਹ ਮੈਥਨੋਇਕ ਐਸਿਡ ਹੁੰਦਾ ਹੈ, ਠੀਕ ਹੈ। ਲੈਕਟਿਕ ਐਸਿਡ ਕਰਡ, ਜਿਹੜਾ ਦਹੀਂ ਹੈ ਉਹ 'ਚ ਲੈਕਟਿਕ ਐਸਿਡ ਹੁੰਦਾ ਹੈ। ਸਾਈਟਰਿਕ ਐਸਿਡ, ਸਿਟਰਸ ਫਰੂਟ ਜਿੰਨੇ ਵੀ ਔਰੇਂਜ, ਲੈਮਨ, ਫਿਰ ਆਪਣਾ ਸੇਬ ਹੋ ਗਿਆ, ਇਹਨਾਂ 'ਚ ਸਾਰਿਆਂ ਵਿੱਚ ਸਿਟਰਸ ਐਸਿਡ ਹੁੰਦਾ ਹੈ, ਠੀਕ ਹੈ। ਆਕਸੈਲਿਕ ਐਸਿਡ, ਸਪਿਨਚ, ਟੋਮੈਟੋ, ਸਪਿਨਚ ਨੇ ਪਾਲਕ ਦੇ ਵਿੱਚ, ਟਮਾਟਰ ਦੇ ਵਿੱਚ ਆਕਸੈਲਿਕ ਐਸਿਡ ਹੁੰਦਾ ਹੈ। ਐਸਕੋਰਬਿਕ ਐਸਿਡ, ਜਿਹੜਾ ਅਸੀਂ ਕਹਿੰਦੇ ਵਿਟਾਮਿਨ ਸੀ, ਐਸਕੋਰਬਿਕ ਐਸਿਡ ਵਿਟਾਮਿਨ ਸੀ, ਆਮਲਾ ਤੇ ਸਿਟਰਸ ਫਰੂਟ, ਮਤਲਬ ਸਿਟਰਸ ਫਰੂਟ ਸਿਟਰਿਕ ਐਸਿਡ ਵੀ ਹੁੰਦਾ ਹੈ ਤੇ ਐਸਕੋਰਬਿਕ ਐਸਿਡ ਵੀ ਹੁੰਦਾ ਹੈ, ਆਮਲੇ 'ਚ ਸਭ ਤੋਂ ਜ਼ਿਆਦਾ ਹੁੰਦਾ ਹੈ, ਠੀਕ ਹੈ। ਫਿਰ ਟਾਰਟਰਿਕ ਐਸਿਡ, ਟੈਮਰਿੰਡ, ਟੈਮਰਿੰਡ ਉਹਦੇ ਵਿੱਚ ਇਮਲੀ, ਇਮਲੀ ਦੇ ਵਿੱਚ ਟਾਰਟਰਿਕ ਐਸਿਡ ਹੁੰਦਾ ਹੈ। ਗ੍ਰੇਪਸ, ਅੰਗੂਰਾਂ ਵਿੱਚ ਵੀ ਹੁੰਦਾ ਹੈ। ਤੇ ਅਨਰਾਈਪ ਮੈਂਗੋਜ਼, ਜਿਹੜੀ
ਅੰਬੀਆਂ ਹੁੰਦੀਆਂ, ਕੱਚੇ ਅੰਬ, ਕੱਚੀ ਅੰਬੀ ਦੇ ਵਿੱਚ ਵੀ ਟਾਰਟੈਰਿਕ ਐਸਿਡ ਹੁੰਦਾ। ਸੋ ਬੜੀ ਰੋਚਕ ਜਾਣਕਾਰੀ ਬੱਚਿਓ, ਤੁਸੀਂ ਆਪਣੇ ਘਰ ਦੇ ਵੱਡਿਆਂ ਨਾਲ ਸਾਂਝੀ ਕਰੋ ਆਪਣੀ ਮਦਰ ਦੇ ਨਾਲ, ਹੈ ਨਾ। ਦੇਖੋ ਇਹ ਰਸੋਈ 'ਚ ਚੀਜ਼ਾਂ ਵਰਤੀਆਂ ਜਾਂਦੀਆਂ ਨੇ, ਸੋ ਬੜੀ ਇਹ ਇੰਟਰਸਟਿੰਗ ਜਾਣਕਾਰੀ ਹੈ, ਇਹਨੂੰ ਤੁਸੀਂ ਮੈਮੋਰਾਈਜ਼ ਕਰ ਲੈਣਾ, ਠੀਕ ਹੈ। ਆਓ ਅੱਗੇ ਚਲੀਏ। olfactory indicators। olfactory ਬੱਚਿਓ ਕੀ ਹੁੰਦਾ ਹੈ? olfactory is an adjective of smell। ਸਮੈਲ ਨਾਲ ਜੁੜੇ ਹੋਏ ਇੰਡੀਕੇਟਰ। ਰੈੱਡ ਔਰ ਬਲੂ ਜਿਹੜੇ ਸੀਗੇ ਉਹ ਕਿਹੜੇ ਸੀਗੇ? ਵਿਜ਼ੂਅਲ ਇੰਡੀਕੇਟਰ ਸੀਗੇ, ਅਸੀਂ ਅੱਖਾਂ ਨਾਲ ਦੇਖਦੇ ਹਾਂ ਰੰਗ ਕਿਹੜਾ ਬਦਲਿਆ। ਤੇ olfactory ਇੰਡੀਕੇਟਰ ਜਿਹੜੇ ਸਮੈਲ ਚੇਂਜ ਆ ਜਾਏ, ਸਮੈਲ ਗਾਇਬ ਹੋ ਜਾਏ, ਠੀਕ ਹੈ। ਇਹ ਦੇਖੋ ਸਬਸਟੈਂਸਸ ਹੂਜ਼ ਆਰਡਰ ਹੁੰਦੀ ਹੈ ਸਮੈਲ। ਤੁਸੀਂ ਜਿਹੜੇ ਬੱਚੇ ਨੂੰ ਆਰਡਰ ਸ਼ਬਦ ਔਖਾ ਲੱਗਦਾ ਹੈ ਉਹ ਸਮੈਲ ਵੀ ਵਰਤ ਸਕਦੇ ਹਾਂ। ਸਬਸਟੈਂਸਸ ਹੂਜ਼ ਸਮੈਲ ਚੇਂਜਿਸ ਇਨ ਐਸਿਡਿਕ ਔਰ ਬੇਸਿਕ ਮੀਡੀਆ, ਮਤਲਬ ਕਿ ਐਸਿਡ ਵਿੱਚ ਜਾਂ ਬੇਸਿਕ ਵਿੱਚ ਅਗਰ ਉਹ ਸਮੈਲ ਚੇਂਜ ਹੋ ਜਾਏ, ਉਹ ਇੰਡੀਕੇਟਰ ਨੂੰ ਕਿਹਾ ਜਾਂਦਾ olfactory indicators। ਅਨੀਅਨ ਐਂਡ ਵਨੀਲਾ ਐਕਸਟਰੈਕਟ, ਇਹ ਦੋ ਨੇ, ਇੱਕ ਹੈਗਾ ਗੰਢਾ ਪਿਆਜ਼ ਤੇ ਵਨੀਲਾ ਐਕਸਟਰੈਕਟ, ਜਿਹਦਾ ਵਨੀਲਾ ਆਈਸਕ੍ਰੀਮ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ, ਕਸਟਰਡ 'ਚ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ। ਆਰ ਟੂ ਐਗਜ਼ਾਮਪਲਸ ਆਫ olfactory indicators। ਅਨੀਅਨ retains its characteristic smell in the presence of acid। ਜੇ ਤੇ ਅਨੀਅਨ ਦੀ ਸਮੈਲ ਨਹੀਂ ਜਾਂਦੀ, ਕਾਇਮ ਰਹਿੰਦੀ ਹੈ, ਫਿਰ ਇਹਦਾ ਮਤਲਬ ਕਿ ਉਹ ਜਿਹੜੀ ਚੀਜ਼ ਹੈ ਜਿਹ 'ਚ ਕਾਇਮ ਰਹੀ ਹੈ ਉਹ ਐਸਿਡ ਹੈਗਾ। ਐਂਡ ਦੀ ਸਮੈਲ ਇਜ਼ ਅਨਡਿਟੈਕਟੇਬਲ ਇਨ ਬੇਸਿਕ ਮੀਡੀਅਮ। ਤੇ ਜੇ ਉਹ ਬੇਸਿਕ ਹੈਗਾ, ਬੇਸ ਹੈਗਾ, ਜੇ ਬੇਸ ਦੇ ਵਿੱਚ ਅਨੀਅਨ ਪਾ ਦਿਓ ਤੇ ਕੀ ਹੋਏਗਾ? ਉਹ ਸਮੈਲ ਉਹਦੀ ਉੜ ਜਾਏਗੀ, ਠੀਕ ਹੈ। ਮਤਲਬ ਕਿ ਫਿਰ ਗੰਡੇ ਦੀ ਸਮੈਲ ਨਹੀਂ ਆਏਗੀ, ਠੀਕ ਹੈ। ਸਿਮਿਲਰਲੀ ਦੀ ਪਲੇਜ਼ੈਂਟ ਸਮੈਲ ਆਫ ਵਨੀਲਾ ਐਕਸਟਰੈਕਟ ਇਜ਼ ਨਾਟ ਡਿਸਟਰੋਇਡ ਇਨ ਐਸਿਡਿਕ ਸੋਲਿਊਸ਼ਨ। ਮਤਲਬ ਕਿ ਜੇ ਤੇ ਐਸਿਡਿਕ ਸੋਲਿਊਸ਼ਨ ਹੈ ਫਿਰ ਵਨੀਲਾ ਦੀ ਸਮੈਲ ਉਸੇ ਤਰ੍ਹਾਂ ਆਉਂਦੀ ਰਹੇਗੀ ਜਿੱਦਾਂ ਦੀ ਹੈਗੀ ਹੈ, ਬਟ ਇਨ ਬੇਸਿਕ ਸੋਲਿਊਸ਼ਨ ਦੀ ਸਮੈਲ ਕੈਨ ਨਾਟ ਬੀ ਫੈਲਟ। ਜੇ ਸੋਲਿਊਸ਼ਨ ਬੇਸਿਕ ਹੋਏਗਾ ਫਿਰ ਉਹਦੀ ਸਮੈਲ ਨਹੀਂ ਆਏਗੀ। ਸੋ these are two examples of olfactory indicators, ठीक है। आगे चलिए। रिएक्शन ऑफ एसिड्स विद मेटल्स। ਜਿਹੜੇ ਐਸਿਡ ਨੇ ਉਹਨਾਂ ਵਿੱਚ ਕੈਮੀਕਲ ਪ੍ਰੋਪਰਟੀਜ਼ ਦੀ ਗੱਲ ਸ਼ੁਰੂ ਹੋ ਗਈ, ਕੈਮੀਕਲ ਪ੍ਰੋਪਰਟੀਜ਼, ਠੀਕ ਹੈ। ਮੈਟਲ ਵਿਚ ਇਜ਼ ਮੋਰ ਰਿਐਕਟਿਵ ਦੈਨ ਹਾਈਡਰੋਜਨ। ਹੈ ਬੱਚੇ ਤੁਹਾਨੂੰ ਦੱਸਿਆ ਰਿਐਕਟਿਵਿਟੀ ਸੀਰੀਜ਼ ਕੱਲ, ਨਾਗਾ, ਮੈਗਾ, ਹੈ ਨਾ, ऑल ਜ਼ੋਨ, ਫੇਕੂ, ਠੀਕ ਹੈ। ਹੁਣ FeBbH ਮਤਲਬ ਕਿ H ਤੋਂ ਪਹਿਲੇ ਕਿਹੜੇ ਮੈਟਲ ਹੈਗੇ ਨੇ? ਕੱਲ ਪੋਟੈਸ਼ੀਅਮ ਹੈਗਾ, K, ਨਾਕਾ Na ਸੋਡੀਅਮ, Ca ਨਾਕਾ, ਹੈ ਨਾ, Ca ਕੈਲਸ਼ੀਅਮ, ਫਿਰ ਮੈਗਾ ਮੈਗਨੀਸ਼ੀਅਮ, ऑल ਜ਼ੋਨ ਐਲੂਮੀਨੀਅਮ, ਜ਼ਿੰਕ, ਫਿਰ ਹੈਗਾ ਫੇ Fe, ਕਿਉਂਕਿ ਫਫਾ PH ਤੋਂ ਵੀ ਬਣਦਾ ਹੈ ਪਰ H ਹੁੰਦਾ ਨਹੀਂ ਕੁਛ, ਮਤਲਬ ਕਿ PH ਕੁਛ ਨਹੀਂ ਹੁੰਦਾ, ਸੋ Pb ਲੈਡ ਤੇ ਅੱਗੇ ਫਿਰ H। ਯਾਨੀ H ਤੋਂ ਪਹਿਲੇ ਕਿਹੜੇ ਆ ਗਏ? ਪੋਟੈਸ਼ੀਅਮ ਆ ਗਿਆ, ਸੋਡੀਅਮ ਆ ਗਿਆ, ਕੈਲਸ਼ੀਅਮ ਆ ਗਿਆ, ਮੈਗਨੀਸ਼ੀਅਮ ਆ ਗਿਆ, ਐਲੂਮੀਨੀਅਮ ਆ ਗਿਆ, ਜ਼ਿੰਕ ਆ ਗਿਆ, ਆਇਰਨ ਆ ਗਿਆ ਤੇ ਲੈਡ ਆ ਗਿਆ, ਠੀਕ ਹੈ। ਸੋ these metals are more reactive than hydrogen, displaces hydrogen atoms from the acids and forms a salt। ਸੋ ਇਹ ਹੈਗੀ ਬੱਚਿਓ ਰਿਐਕਸ਼ਨ ਆਫ ਐਸਿਡਸ ਵਿਦ ਮੈਟਲਸ। ਸੋ ਕਿੱਦਾਂ? ਐਸਿਡ ਪਲਸ ਮੈਟਲ ਗਿਵਸ ਯੂ ਸਾਲਟ ਐਂਡ ਹਾਈਡਰੋਜਨ ਗੈਸ। ਤੇ ਹਾਈਡਰੋਜਨ ਗੈਸ ਦੀ ਨਿਸ਼ਾਨੀ ਕੀ ਬੱਚਿਓ? ਹਾਈਡਰੋਜਨ ਗੈਸ ਬਰਨਸ ਵਿਦ ਅ ਪੌਪ ਸਾਊਂਡ। ਪੌਪ, ਕਿੱਦਾਂ? ਜਿਹੜਾ ਛੋਟਾ ਜਿਹਾ ਬੰਬ ਫਟਦਾ, ਇਹ ਇਕੱਲਾ ਹਾਈਡਰੋਜਨ ਗੈਸ ਦੀ ਨਿਸ਼ਾਨੀ ਹੈ। ਇੱਧਰੋਂ ਪਤਾ ਲੱਗਦਾ, ਇਹਦਾ ਚੈੱਕ ਕੀਤਾ ਜਾਂਦਾ ਲੈਬੋਰੇਟਰੀ ਦੇ ਵਿੱਚ, ਮਤਲਬ ਕਿ ਉਹ ਡਿਲੀਵਰੀ ਟਿਊਬ ਲੈ ਲਓ, ਉਹ 'ਚੋਂ ਜਿਹੜੇ ਬਬਲਸ ਨਿਕਲਣਗੇ ਉੱਤੇ ਹਲਕੀ ਜਿਹੀ ਮੋਮਬੱਤੀ ਜਗਾਓ, ਮਤਲਬ ਕਿ ਉਹ ਫਲੇਮ ਲਗਾਓ ਤੇ ਪੌਪ ਕਰਕੇ ਹਾਈਡਰੋਜਨ ਗੈਸ ਛੱਡਦੀ ਹੈ। ਸੋ ਇਹ ਦੋ ਐਗਜ਼ਾਮਪਲ ਦਿੱਤੇ ਨੇ, ਦੇਖੋ ਇਹ ਸਲਫਿਊਰਿਕ ਐਸਿਡ ਜਮਾ ਜ਼ਿੰਕ, ਇਹ ਬਣ ਗਿਆ ਸਾਲਟ, ਜ਼ਿੰਕ ਸਲਫੇਟ ਤੇ ਜਮਾ ਹਾਈਡਰੋਜਨ ਗੈਸ ਰਿਲੀਜ਼ ਹੋ ਗਈ। ਫਿਰ ਜੇ ਹਾਈਡਰੋਕਲੋਰਿਕ ਐਸਿਡ ਜਮਾ ਜ਼ਿੰਕ ਲੈ ਲਓ ਤੇ ਬਣ ਗਿਆ ਜ਼ਿੰਕ ਕਲੋਰਾਈਡ ਜਮਾ ਹਾਈਡਰੋਜਨ ਗੈਸ। ਇਸ ਤਰ੍ਹਾਂ ਤੁਸੀਂ ਹੋਰ ਵੀ ਉਦਾਹਰਨ ਲੈ ਸਕਦੇ ਹੋ, ਨਾਈਟ੍ਰੇਟ ਨਾਈਟ੍ਰਿਕ ਐਸਿਡ ਨਾਲ ਲੈ ਸਕਦੇ ਹੋ, ਸੋਡੀਅਮ ਦੇ ਨਾਲ ਲੈ ਸਕਦੇ ਹੋ, ਮੈਂ ਜ਼ਿੰਕ ਲਿਆ, ਐਲੂਮੀਨੀਅਮ ਲੈ ਸਕਦੇ ਹੋ, ਕੈਲਸ਼ੀਅਮ ਲੈ ਸਕਦੇ ਹੋ, ਠੀਕ ਹੈ। ਸੋ these two examples are good enough, ਇੱਕ ਸਲਫਿਊਰਿਕ ਐਸਿਡ ਦਾ, ਇੱਕ ਹਾਈਡਰੋਕਲੋਰਿਕ ਐਸਿਡ ਦਾ। This shows the reaction of acids with metals, ठीक है। आगे चलिए। ਹੁਣ ਆ ਗਿਆ ਰਿਐਕਸ਼ਨ ਆਫ ਬੇਸਿਸ ਵਿਦ ਮੈਟਲਸ। ਹੁਣ ਦੇਖੋ ਬੱਚੋ ਐਸਿਡਸ ਤੇ ਜ਼ਿਆਦਾ ਮੈਟਲ ਨਾਲ ਰਿਐਕਟ ਕਰਦੇ ਨੇ, ਪਰ all bases do not react with metals, ਠੀਕ ਹੈ। all metals do not react with bases, ਸਾਰੇ ਮੈਟਲ ਬੇਸਿਸ ਦੇ ਨਾਲ ਰਿਐਕਟ ਨਹੀਂ ਕਰਦੇ, ਠੀਕ ਹੈ। ਦੀ ਰਿਐਕਸ਼ਨ ਬਿਟਵੀਨ ਕਾਸਟਿਕ ਸੋਡਾ, ਇੱਕ ਐਗਜ਼ਾਮਪਲ ਦਿੱਤਾ ਤੁਹਾਡੀ ਕਿਤਾਬ 'ਚ, this is good enough। The reaction between caustic soda is a base, and zinc metal produces sodium zincate and hydrogen gas। sodium hydroxide जमा zinc, ਇਹ फार्मूला याद रख लो, Na2ZNO2, ठीक है।
ਇਹਨੂੰ ਕਿਹਾ ਜਾਂਦਾ ਸੋਡੀਅਮ ਜ਼ਿੰਕੇਟ ਤੇ ਬਣ ਜਾਂਦੀ ਹੈ ਹਾਈਡਰੋਜਨ ਗੈਸ। ਇੱਕ ਲਾਈਨ ਲਿਖ ਦੇਣੀ ਹੈ all metals do not react with bases ਤੇ ਇੱਕ ਐਗਜ਼ਾਮਪਲ ਹੈਗਾ ਇਹ ਵਾਲਾ ਸੋਡੀਅਮ ਹਾਈਡਰੋਕਸਾਈਡ ਵਿਦ ਜ਼ਿੰਕ which gives ਸੋਡੀਅਮ ਜ਼ਿੰਕੇਟ ਤੇ ਨਾਲ ਹਾਈਡਰੋਜਨ ਗੈਸ। ਠੀਕ ਹੈ ਬੱਚਿਓ, ਸੋ ਇਹ ਸੀ chemical properties of acids with metals and bases with metals। ਅੱਗੇ ਚਲੀਏ, ਹੁਣ ਆ ਗਿਆ reactions of acids with carbonates and hydrogen carbonates of metals। all metal carbonates and hydrogen carbonates react with acids to give a corresponding salt, carbon dioxide and water। ਇਹ ਬੱਚੇ ਤੁਹਾਨੂੰ ਕੰਟ ਕਰਨਾ ਪੈਣਾ ਸਾਰੀ ਗੱਲਾਂ। ਦੇਖੋ ਬੜੀ ਸਿੰਪਲ ਸੈਂਟੈਂਸ ਨੇ, ਛੋਟੇ ਛੋਟੇ ਸੈਂਟੈਂਸ ਨੇ। ਸਾਰੇ ਮੈਟਲ ਕਾਰਬੋਨੇਟ, ਹਾਈਡਰੋਜਨ ਕਾਰਬੋਨੇਟ ਉਹ ਐਸਿਡ ਨਾਲ ਰਿਐਕਟ ਕਰਨਗੇ ਤੇ ਕੀ ਕਰਨਗੇ, ਉਸ ਮੈਟਲ ਨਾਲ ਬਣਨ ਵਾਲਾ ਸਾਲਟ, ਕਾਰਬਨ ਡਾਈਆਕਸਾਈਡ ਤੇ ਪਾਣੀ, ਵਾਟਰ। ਠੀਕ ਹੈ, ਦੀ ਰਿਐਕਸ਼ਨ ਇਜ਼ ਆਫ ਦਾ ਫਾਰਮ ਜਨਰਲ ਮੈਟਲ ਕਾਰਬੋਨੇਟ ਲੈ ਲਓ ਜਾਂ ਮੈਟਲ ਹਾਈਡਰੋਜਨ ਕਾਰਬੋਨੇਟ ਲੈ ਲਓ ਪਲਸ ਐਸਿਡ ਤੇ ਕੀ ਦਿੱਤਾ ਇਹਨੇ, ਸਾਲਟ, ਕਾਰਬਨ ਡਾਈਆਕਸਾਈਡ ਜਮਾ ਵਾਟਰ। ਠੀਕ ਹੈ, ਹੁਣ ਦੋ ਐਗਜ਼ਾਮਪਲ ਲੈ ਲਈਏ, ਸੋਡੀਅਮ ਕਾਰਬੋਨੇਟ प्लस हाइड्रोक्लोरिक एसिड तो यह बने सोडियम क्लोराइड, यह सॉल्ट बन गया, जमा पानी जमा कार्बन डाइऑक्साइड। सो सिंपल बच्चों। फिर आ गया सोडियम हाइड्रोजन कार्बोनेट HCO3, यह दो हट गए इतों, देखो HCO3, सोडियम क्लोराइड, वाटर एंड कार्बन डाइऑक्साइड। सो सिंपल है, दोनों रिएक्शंस को चंगी तरह लिख के प्रैक्टिस कर लो। अगे देखिए हम उसे चेक करना है कि ये कार्बन डाइऑक्साइड ही निकली है कि कोई होर गैस निकली है। जिमें हाइड्रोजन गैस इज टेस्टिड बाय पुटिंग अ फ्लेम तो की होंगे पॉप करके आंदा है। कार्बन डाइऑक्साइड का टेस्ट की है ओके, ऑन पासिंग दी इवॉल्वड मैंने निकली हुई, पैदा हुई कार्बन डाइऑक्साइड गैस थ्रू लाइम वाटर। लाइम वाटर केड़ा होंदा बच्चों, कैल्शियम हाइड्रोक्साइड, जिन्हों किया जाता है स्लेट लाइम। ठीक है, लाइम वाटर कैल्शियम ऑक्साइड जमा पानी का जो चूना जो पानी च घोल दीदा है तो सानू कैल्शियम हाइड्रोक्साइड मिलता है, उन्होंने असीं कहने लाइम वाटर। ठीक है, लेमन जूस नहीं होता, लाइम वाटर है। ठीक है, वाइट प्रेसिपिटेट ऑफ कैल्शियम कार्बोनेट इज प्रोड्यूस्ड, चिट्टे रंग का दुध वर्गा एक सॉलिड जिहड़ा घुलिया नहीं होंदा वो मिल जाता है। यह निशानी है कार्बन डाइऑक्साइड की। किदां है देखो, लाइम वाटर कैल्शियम हाइड्रोक्साइड विच कार्बन डाइऑक्साइड नगाई, उहदे च पाती गैस, यह बन गया प्रेसिपिटेट इनसोल्यूबल कैल्शियम कार्बोनेट, जिन्हें कहते मार्बल, संगमरमर का पाउडर बन गया प्लस वाटर। ठीक है, फिर होर ज़्यादा गैस पास कर दो, होर ज़्यादा गैस एक्सेस, ऑन पासिंग एक्सेस कार्बन डाइऑक्साइड सोल्यूबल कैल्शियम हाइड्रोजन कार्बोनेट इज प्रोड्यूस्ड। फिर की होंदा है, ज़्यादा कार्बन डाइऑक्साइड पैदा करने के नाल फिर कैल्शियम बाइकार्बोनेट या जिन्हें कहते कैल्शियम हाइड्रोजन कार्बोनेट जो कि सोल्यूबल है वो बन जाता है। तो फिर यह रिएक्शन होंदी है कैल्शियम कार्बोनेट, यह देखो यह जमा H2O ये सीगा ही, एक्सट्रा मतलब कि एक्सेस कार्बन डाइऑक्साइड आ गई, यह बन गया कैल्शियम हाइड्रोजन कार्बोनेट। ठीक है, तुसी बच्चे इत्थे देख सकते हो जिवें असीं पहला चैप्टर कीता सी, इट इज़ अ कंबीनेशन एक्सेस, कंबीनेशन रिएक्शन है। देखो ये तीन रिएक्टेंट जिहड़े इन्होंने एक की देता, प्रोडक्ट देता। सो इट इज़ एन एग्जांपल ऑफ कंबीनेशन रिएक्शन। ठीक है, यह मतलब कि तुसी कि एग्जांपल यह देखो चैप्टर दूसरा है पर यह एग्जांपल तुसी पहले चैप्टर विच कंबीनेशन जो रिएक्शन है उहदे विच भी दिखा सकते हो। आगे चलिए, हुण आ गया रिएक्शन बिटवीन एसिड्स एंड मेटलिक ऑक्साइड्स। मेटलिक ऑक्साइड, सोडियम ऑक्साइड, कैल्शियम ऑक्साइड है ना, मैग्नीशियम ऑक्साइड, कॉपर ऑक्साइड। मेटलिक ऑक्साइड्स रिएक्ट विद एसिड्स टू गिव सॉल्ट्स एंड वाटर सिमिलर टू द रिएक्शन ऑफ बेस विद एन एसिड। बेस विद एन एसिड बच्चों असीं पार्ट 2 विच करांगे। ठीक है, न्यूट्रलाइजेशन जिवें बेस और एसिड रिएक्ट करते हैं, इसी तरह एसिड जिहड़े ने मैटल ऑक्साइड्स दे नाल रिएक्ट करते हैं। ठीक है, बिकॉज मेटल ऑक्साइड्स आर आल्सो बेसिक इन नेचर। ठीक है, देखो दस मेटलिक ऑक्साइड्स आर सेड टू बी बेसिक ऑक्साइड्स, क्योंकि एसिड नाल रिएक्ट करते हैं इस करके बेसिक ऑक्साइड है। द रिएक्शन बिटवीन अ मेटल ऑक्साइड एंड एन एसिड कैन बी रिटन एज मेटल ऑक्साइड प्लस एसिड गिव्स सॉल्ट प्लस वाटर। बच्चों सारे नोट्स करी जाओ तो जिले रिवाइज करोगे 2-3 बार तो तुहाडे गल मूँह चढ़ जाएगी। ज़्यादा मेन है कि रिएक्शनस नूं तुसीं बार-बार लिख के इहदा अभ्यास करना है, प्रैक्टिस करनी है। सो मैटल ऑक्साइड कॉपर ऑक्साइड का एग्जाम्पल ले लिया प्लस हाइड्रोक्लोरिक एसिड, यह बन गया कॉपर क्लोराइड तो यह बन गया H2O, पानी अते कॉपर क्लोराइड का सॉल्ट बन गया। ठीक है, आगे चलिए, हुण आ गया रिएक्शन बिटवीन बेस एंड नॉन मैटलिक ऑक्साइड। एसिड जिहड़ा सी
ਉਹ ਮੈਟਲਿਕ ਆਕਸਾਈਡ ਦੇ ਨਾਲ ਰਿਐਕਟ ਕਰਦਾ ਹੈ, ਤੇ ਜੋ ਬੇਸ ਹੈ ਉਹ ਨਾਨ ਮੈਟਲਿਕ ਆਕਸਾਈਡ ਨਾਲ ਰਿਐਕਟ ਕਰਦਾ ਹੈ। ਇਹਦਾ ਮਤਲਬ ਕੀ ਹੈ ਕਿ ਨਾਨ ਮੈਟਲਿਕ ਆਕਸਾਈਡਸ ਆਰ ਐਸਿਡਿਕ ਇਨ ਨੇਚਰ, ਠੀਕ ਹੈ ਨਾ, ਕਿਉਂਕਿ ਬੇਸ ਔਰ ਐਸਿਡ ਇੱਕ ਦੂਜੇ ਨਾਲ ਰਿਐਕਟ ਕਰਦੇ ਨੇ। ਨਾਨ ਮੈਟਲਿਕ ਆਕਸਾਈਡਸ ਰਿਐਕਟ ਵਿਦ ਬੇਸਿਸ ਟੂ ਗਿਵ ਸਾਲਟਸ ਐਂਡ ਵਾਟਰ, ਜਿੱਦਾਂ ਪਹਿਲੇ ਹੋਇਆ ਉਸੇ ਤਰ੍ਹਾਂ ਇਸ ਤਰ੍ਹਾਂ ਹੈ, ਠੀਕ ਹੈ। ਸਿਮਿਲਰ ਟੂ ਦੀ ਰਿਐਕਸ਼ਨ ਆਫ ਐਨ ਐਸਿਡ ਵਿਦ ਅ ਬੇਸ, ਠੀਕ ਹੈ। Thus non-metallic oxides are said to be acidic oxides because they are reacting with bases. The reaction between a non-metal oxide and a base can be written as बिल्कुल in win जो होनी पहला स्लाइड ਅਸੀਂ ਪੜਿਆ between acid and metallic oxide, ਇਹ ਹੈਗਾ base and non-metallic oxide, ਬਿਲਕੁਲ ਇਹੀ ਚੀਜ਼ ਹੈ। ਜੇ ਤੁਸੀਂ ਉਹ ਪੈਰਾਗ੍ਰਾਫ, ਇਹ ਦੋਨੋਂ ਪੈਰਾਗ੍ਰਾਫ ਨੂੰ ਨਾਲ ਰੱਖ ਲਓ ਤੇ ਬਸ ਇੰਨਾ ਹੀ ਫਰਕ ਹੈ, ਇੱਥੇ ਐਸਿਡ ਆ ਜਾਏਗਾ, ਇੱਥੇ ਮੈਟਲਿਕ ਆ ਜਾਏਗਾ, ਤੇ ਇੱਥੇ ਮੈਟਲਿਕ ਆਏਗਾ, ਇੱਥੇ नॉन मैटलिक की जगह मैटलिक लिख दो, तो फिर इतने आ जाएगा एसिड्स, इतने आ जाएगा सॉल्ट एंड वाटर, सेम रहेगा, तो इतने आ जाएगा मैटलिक ऑक्साइड्स आर बेसिक, नॉन मैटलिक ऑक्साइड्स आर एसिडिक, तो मैटलिक ऑक्साइड्स आर बेसिक ऑक्साइड्स, ठीक है बच्चों। सो एग्जांपल आ रहा कैल्शियम हाइड्रोक्साइड, ठीक है ना, ए नॉन मैटलिक ऑक्साइड है कैल्शियम हाइड्रोक्साइड प्लस कार्बन डाइऑक्साइड, तो है बेस, ਤੇ ਇਹ ਹੈਗਾ ਨਾਨ ਮੈਟਲਿਕ ਆਕਸਾਈਡ, ਕਾਰਬਨ ਇਜ਼ ਨਾਨ ਮੈਟਲ, ਠੀਕ ਹੈ ਨਾ। ਤੇ ਕੈਲਸ਼ੀਅਮ ਹਾਈਡਰੋਕਸਾਈਡ ਕੀ ਹੈਗਾ, ਇਟ ਇਜ਼ ਇਹ ਬੱਚੋ ਦੋ ਥੱਲੇ ਆਣਾ ਸੀ, ਇੱਥੇ ਨਹੀਂ ਆਣਾ ਸੀਗਾ, ਮਾਫ ਕਰਨਾ, ਇਹ ਛੋਟਾ ਕਰਕੇ ਥੱਲੇ ਲਿਖਣਾ ਹੈ, ਇਹ ਮੈਂ ਭੁੱਲ ਗਿਆ ਟਾਈਪ ਕਰਨਾ, ਇਹ ਦੋ ਵੱਡਾ ਨਹੀਂ ਹੈਗਾ, ਇਹ ਥੱਲੇ ਕਰਕੇ ਜਿਹਨੂੰ ਕਹਿੰਦੇ ਆ ਸਬਸਕ੍ਰਿਪਟ, ਥੱਲੇ ਕਰਕੇ ਛੋਟਾ ਦੋ ਲਿਖਣਾ ਹੈ, ਜਿੱਦਾਂ ਇਹ ਦੋ ਉਹਦੇ ਥੱਲੇ ਲਿਖਿਆ ਨਾ ਦੋ, ਇਹ ਉਹ ਵਾਲਾ ਦੋ ਹੈ, ਠੀਕ ਹੈ ਬੱਚਿਓ, ਓਕੇ। ਸੋ ਇਹ ਬਣ ਗਿਆ ਕੈਲਸ਼ੀਅਮ ਕਾਰਬੋਨੇਟ, ਠੀਕ ਹੈ, ਤੇ ਪਲਸ H2O, ठीक है बच्चों, यह बन गया मार्बल जिदा कैल्शियम कार्बोनेट, तो यह बन गया पानी, ठीक है। आगे चलिए, एक्वस सॉल्यूशन ऑफ एन एसिड, एक्वस में बच्चे पानी का सॉल्यूशन, ठीक है, दैट मीन्स सॉल्यूशन ऑफ एन एसिड इन वाटर। एक्वस सॉल्यूशंस ऑफ एसिड्स कंटेन हाइड्रोजन आयंस, केटायंस पॉजिटिव, ठीक है, एज केटायन, केटायन किहड़े हुंदे ने जिन्हां दे उत्ते चार्ज पॉजिटिव होंदा है, एनोयन किहड़े हुंदे ने जिन्हां उत्ते चार्ज नेगेटिव होंदा है। सो H प्लस आयंस एंड एनोयन सच एज क्लोराइड इन हाइड्रोक्लोरिक एसिड, नाइट्रेट इन नाइट्रिक एसिड, ठीक है ना, H प्लस हो जाएगा तो नाइट्रेट माइनस हो जाएगा, सल्फेट इन सल्फ्यूरिक एसिड, एसीटेट एसीटेट आयन, एसीटेट एनोयन इन एसिटिक एसिड, ए बच्चों CH3COOH एसिटिक एसिड का फॉर्मूला है, ठीक है। 10 एसिड्स प्रोड्यूस हाइड्रोजन आयंस H प्लस एक्वस, AQ का मतलब है एक्वस, पानी में ही, जे एसिड ड्राई होएगा, सुक्का होएगा, कली गैस होएगी, फिर हाइड्रोजन आयंस नहीं बनणगे, हमेशा AQ एक्वस पानी में घुल के ही आयंस बनने वाले। विच आर रिस्पोंसिबल फॉर देयर एसिडिक प्रॉपर्टीज, हमें बच्चों एक लाइन फिल इन द ब्लैंक्स आ सकता है। व्हाट इज द रीजन फॉर एसिडिक प्रॉपर्टी, इट इज द प्रेजेंस ऑफ H प्लस ब्रैकेट AQ आयंस, ठीक है। द सेपरेशन ऑफ H प्लस आयन फ्रॉम द मॉलिक्यूलर एसिड कैन नॉट अकर इन द एब्सेंस ऑफ वाटर, जे पानी नहीं होएगा तो H प्लस आयंस नहीं बनणगे, ठीक है बच्चों। हुण हाइड्रोक्लोरिक एसिड गैस भी हो सकती है, हाइड्रोजन क्लोरीन गैस हो सकती है, दैट इज नॉट एसिडिक। जब उस गैस में पानी में घोलांगे फिर H प्लस आयंस बनणगे तो फिर एसिडिक प्रॉपर्टीज तैयार होंगी, ठीक है। आगे देखिए, और हाइड्रोजन आयंस कैन नॉट एग्जिस्ट अलोन, अगली गल, बट दे एग्जिस्ट आफ्टर कंबाइनिंग विद वाटर मॉलिक्यूल्स। दस हाइड्रोजन आयंस आर ऑलवेज शोन एज H प्लस AQ, मतलब पानी भी है ने, तो जे AQ नहीं लिखना तो फिर की लिखना पेगा H3O प्लस, क्यों, ਇਹਦਾ ਕਿ ਪਾਣੀ ਨਾਲ ਜੁੜਿਆ ਹੋਇਆ ਹੈ, H प्लस ਤੇ H2 ਹੈ, H प्लस ਤੇ ਇੱਕ ਮੋਲੀਕਿਊਲ ਹੋ ਗਿਆ ਪਾਣੀ ਦਾ, ਤੇ ਇਹ ਬਣ ਗਏ H3O प्लस, अर्थात ਜਾਂ ਤੇ H प्लस ਤੇ ਬ੍ਰੈਕਟ ਵਿੱਚ AQ ਕਰਕੇ ਲਿਖੋ ਤੇ ਜਾਂ ਫਿਰ H3O प्लस करके लिखो, प्लस मैंने ऊपर आएगा ऊपर इधर, ठीक है, सुपरस्क्रिप्ट जिदा इतने लिखा है, ऊपर लिखे ना, थले रह गया मेरे को, ऊपर लिखना सी इतने है इतना, ठीक है बच्चों। सो H प्लस जमा H2O, यहाँ तो इस तरह लिखो या फिर इस तरह लिखो, ठीक है। 10 सॉल्यूशंस ऑफ HCl एंड H2SO4 कैन बी शोन एज, थले 3 एग्जांपल देते हैं एक्चुअली। सो HCl जमा H2O आगे बन गया H3O प्लस,
जमा क्लोरीन आयन बन गए, ठीक है ना। इसी करके इलैक्ट्रिसिटी कंडक्ट करते हैं एसिड्स ते बेसिस, बिकॉज आयंस बन गए, दीज आयंस आर एबल टू कंडक्ट द इलैक्ट्रिसिटी। हुण सल्फेट ले लिए H2SO4 जमा वाटर, यह बन गया हाइड्रोनियम आयंस बन गया, हाइड्रोनियम आयन बन गए, ठीक है, यह सल्फेट आयन बन गए। फिर इसी तरह CH3COOH जमा H2O ले लो, यह हाइड्रोनियम आयन बन गया, यह एसीटेट आयन बन गया CH3COO माइनस, ठीक है बच्चों। ਇਹ ਜਿਹੜੀਆਂ ਹੈਗੀਆਂ ਰਿਐਕਸ਼ਨਸ ਇਹਨਾਂ ਨੂੰ ਵੀ ਜ਼ੁਬਾਨੀ ਲਿਖ ਕੇ ਪ੍ਰੈਕਟਿਸ ਕਰ ਲੈਣੀ ਹੈ ਪਲੀਜ਼, ਬਹੁਤ ਜ਼ਰੂਰੀ ਹੈ, ਠੀਕ ਹੈ। ਹੁਣ ਆ ਗਿਆ ਬੱਚੋ ਐਕੁਅਸ ਸੋਲੂਸ਼ਨ ਆਫ ਅ ਬੇਸ, ਠੀਕ ਹੈ। ਵੀ ਨੋ ਦੈਟ ਐਸਿਡਸ ਗਿਵ H3O+, ਇਹ ਤਾਂ ਹੁਣੀ ਸਿੱਖ ਲਿਆ ਆਪਾਂ। ਜਿਹੜੇ ਐਸਿਡ ਨੇ ਉਹ ਕੀ ਕਹਿੰਦੇ ਨੇ, H+ ਐਕੁਅਸ ਆਇਨ ਦਿੰਦੇ ਨੇ ਜਾਂ H3O+, ਇੱਕੋ ਗੱਲ ਹੈ। ਐਕੁਅਸ ਦਾ ਮਤਲਬ ਹੁੰਦਾ ਪਾਣੀ, ਸੋ H2O ਜਿਹੜੇ ਇਹ ਜੁੜ ਗਿਆ ਤੇ H3O ਬਣ ਗਿਆ, ਜਾਂ ਇਦਾਂ ਲਿਖ ਦਿਓ ਤੇ ਜਾਂ H+ ਇਦਾਂ ਐਕੁਅਸ ਆਇਨ ਲਿਖ ਦਿਓ ਇਨ ਵਾਟਰ। ਸਿਮਿਲਰਲੀ ਜਿਹੜੇ ਬੇਸਿਸ ਨੇ ਦੇ ਗਿਵ OH- ਆਇਨਸ। ਸੋ ਜਿਹੜੀ ਐਸਿਡਿਕ ਪ੍ਰੋਪਰਟੀ ਹੈ ਉਹ ਤੇ ਇਹਦੇ ਕਰਕੇ ਹੈਗੀ ਹੈ, ਤੇ ਜਿਹੜੀ ਬੇਸਿਕ ਪ੍ਰੋਪਰਟੀ ਹੈ ਉਹ ਇਸ ਆਇਨਸ ਕਰਕੇ ਹੈ ਵੈਨ ਡਿਜ਼ੋਲਵਡ ਇਨ ਵਾਟਰ। ਬੇਸਿਸ ਦਾ ਵੀ ਇਦਾਂ ਹੀ ਹੈ, ਪਾਣੀ ਵਿੱਚ ਹੀ ਹੈ। ਸੋ ਸੋਡੀਅਮ ਹਾਈਡਰੋਕਸਾਈਡ ਨੂੰ ਜਿਹੜੇ ਪਾਣੀ 'ਚ ਘੋਲਿਆ ਇਹ ਬਣਿਆ ਸੋਡੀਅਮ+ ਆਇਨਸ ਐਕੁਅਸ ਤੇ OH- ਆਇਨਸ। पोटाशियम हाइड्रोक्साइड पोटाश ਨੂੰ ਘੋਲਿਆ ਪਾਣੀ 'ਚ ਤੇ ਬਣੇ पोटाशियम आयंस पॉजिटिव ਤੇ OH- ਬਣ ਗਏ। इसी तरह मैग्नीशियम हाइड्रोक्साइड ਉਹ ਵੀ ਜਿਹੜਾ ਨਾ ਇਹ ਵੀ ਬੇਸ ਹੈਗਾ ਤੇ मैग्नीशियम आयंस बन गए केटायंस ਤੇ हाइड्रोक्साइड आयंस बन गए। सो बेसिस जनरेट हाइड्रोक्साइड आयंस इन वाटर एंड न्यूट्रलाइज एसिड्स। न्यूट्रलाइज ਸਿੱਧਾ ਕਰਦੇ ਨੇ OH ਜਿਹੜਾ ਹੈ ਜਿਹੜੇ H ਨਾਲ ਮਿਲਦਾ ਹੈ ਤੇ ਪਾਣੀ ਬਣ ਜਾਂਦਾ ਹੈ। ਸੋ ਪੋਜ਼ਿਟਿਵ ਨੈਗੇਟਿਵ ਮਿਕਸ ਹੋ ਗਏ, ਮਤਲਬ ਕਿ पॉजिटिव और नेगेटिव कंबाइन हो गए, पानी बन गया तो न्यूट्रल बन गए। इस तरह दिस इज हाउ दे न्यूट्रलाइज ईच अदर। यह चीज़ भी असी नोट्स पार्ट 2 पढ़ांगे। सो बेसिस विच आर सोल्यूबल इन वाटर आर कॉल्ड एल्कलीस। ਇਹਦਾ मतलब यह होया all bases are not soluble in water. So the bases which are soluble in water are called alkalis। ਇਹ मतलब कि बेस ਦੀ ਇੱਕ ਅਗਲੀ टाइप आ गई, मतलब कि किस्म आ गई, डिवीजन आ गई कि all bases are not soluble in water। इधर पक्का लग गया, पता लग गया। ते bases which are soluble in water are known as alkalis। ਇਹ ਉਹਨਾਂ ਦੀ ਕਿਸਮ ਹੋ ਗਈ, ਉਹਨਾਂ ਨੂੰ ਮਿਲ ਕੇ ਇੱਕ ਡਿਫਰੈਂਟ ਕੈਟੇਗਰੀ ਕਰ ਦਿੱਤੀ। ਇਹ ਕੁਝ ਸਾਰੇ ਹੈ ਜਿਹਦਾ ਬੇਸਿਸ ਹੈਗੇ ਨੇ ਸਾਡੇ ਕੋਲ, ਇਹ ਚੋਂ ਕਹਿੰਦੇ ਭਾਈ ਜਿਹੜੇ ਨਹੀਂ ਘੁਲਦੇ ਉਹ ਤੇ ਬੇਸਿਸ ਨੇ, ਤੇ ਜਿਹੜੇ ਘੁਲ ਜਾਂਦੇ ਨੇ ਪਾਣੀ 'ਚ ਉਹਨਾਂ ਨੂੰ ਅਸੀਂ ਕਹਿੰਦੇ ਆ ਐਲਕਲੀਸ, ਠੀਕ ਹੈ। ਅੱਗੇ ਚਲੀਏ। All the metal oxides, सारे metal oxides and metal hydroxides are bases as they neutralize acids। मतलब कि एसिड की निशानी है वो न्यूट्रलाइज बेस ਨੂੰ न्यूट्रलाइज कर ਦਿੰਦਾ है, ਤੇ बेस ਜਿਹੜਾ है एसिड ਨੂੰ न्यूट्रलाइज कर ਦਿੰਦਾ है। As metal carbonates and metal hydrogen carbonates neutralize acids, they are also considered as bases। ਇਹ ਬੱਚੋ ਤੁਹਾਡੇ ਲਈ ਇੱਕ मतलब कि ब्रीफ ਦੇ ਵਿੱਚ ਇਹ ਲਿਸਟ ਬਣਾਤੀ ਹੈ। ਜੇ बेसिस ਦੇ एग्जांपल ਦੇਣ, एसिड का सानू पता है हाइड्रोक्लोरिक एसिड, कार्बोनिक एसिड, नाइट्रिक एसिड है ना, फिर सल्फ्यूरिक एसिड, सल्फ्यूरस एसिड, कार्बोनिक एसिड, एसिटिक एसिड। तो बेसिस वास्ते सोडियम ऑक्साइड्स, सोडियम ऑक्साइड, कैल्शियम ऑक्साइड, सोडियम हाइड्रोक्साइड, पोटाशियम हाइड्रोक्साइड, कैल्शियम हाइड्रोक्साइड, मैग्नीशियम हाइड्रोक्साइड, फिर सोडियम कार्बोनेट भी जोड़े ने यह भी बेसिस ने बिकॉज दे न्यूट्रलाइज दी एसिड्स। असी पहले पढ़िया ना कि ऑल एसिड्स रिएक्ट विद मेटल कार्बोनेट्स and metal hydrogen carbonates to produce metal salts, carbon dioxide and water। so इस करके ਜਿਹੜੇ ਇਹ ਹੈਗੇ ਨੇ कार्बोनेट और हाइड्रोजन कार्बोनेट, they are also categorized as bases। so sodium carbonate, calcium carbonate, sodium hydrogen carbonate are all bases। इसी तरह अमोनिया ਜਿਹੜੀ गैस है NH3 ਉਹ गैस है, ਉਹ metal नहीं हैगा, पर अमोनियम हाइड्रोक्साइड ਜਿਹੜਾ है because it is able to neutralize acids, ammonium hydroxide also comes in the category of bases because it can neutralize acids। ठीक है, तो आगे चलिए। 10 ਹੁਣ ਆ ਗਿਆ ਕੀ ਫੈਸਲਾ ਹੋਇਆ, ਕੀ ਸਿੱਟਾ ਕੱਢਿਆ। all acids generate H+1 aqueous ions ਜਾਂ hydronium ions and all bases generate OH- aqueous ions and the reaction of neutralization can be understood as follows। एसिड जमा बेस गिव सॉल्ट जमा वाटर। ਇਹ देखो H ਤੇ ਹੈਗਾ ਹੀ ਹੈਗਾ ਹਰ ਐਸਿਡ 'ਚ, ਤੇ ਕੋਈ ਮੈਟਲ ਹੋ ਸਕਦਾ ਹੈ, ਨॉन ਮੈਟਲ ਹੋ ਸਕਦਾ ਹੈ, ਤੇ ਇਹ ਮੈਟਲ ਹੈ ਬੇਸ ਤੇ ਹਾਈਡਰੋਕਸਾਈਡ। ਹੁਣ ਇਹ ਕੀ ਬਣ ਗਿਆ M ਔਰ X, ਇਹਦੇ ਬਣ ਗਿਆ ਸॉल्ट ਤੇ HOH ਇਹ ਬਣ ਗਿਆ ਪਾਣੀ। ਸੋ H+
इधरों H+ ਤੇ OH-। H+ OH- ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ HOH ਮਿਕਸ ਹੋ ਕੇ ਇਹ ਬਣ ਗਏ ਪਾਣੀ, ਇਹ ਬਣ ਗਿਆ ਨਿਊਟਰਲ। ਠੀਕ ਹੈ। ਸੋ ਐਡਿੰਗ ਵਾਟਰ ਟੂ ਐਨ ਐਸਿਡ ਔਰ ਅ ਬੇਸ ਡਿਕਰੀਜ਼ਿਜ਼ ਦੀ ਕੰਸਨਟ੍ਰੇਸ਼ਨ ਆਫ ਆਇਨਸ H3O+ ਔਰ OH-। ਪਾਣੀ ਪਾਈ ਜਾਓਗੇ ਤੇ ਉਹਦੀ ਕੰਸਨਟ੍ਰੇਸ਼ਨ ਘਟੀ ਜਾਏਗੀ ਤੇ ਇਸ ਪ੍ਰੋਸੈਸ ਨੂੰ ਕਿਹਾ ਜਾਂਦਾ ਹੈ ਡਾਇਲਿਊਸ਼ਨ। ਹੁਣ ਜੇ ਇਦਾਂ ਆ ਜਾਏ ਸਵਾਲ ਵਟ ਇਜ਼ ਡਾਇਲਿਊਸ਼ਨ, ਸੋ ਇਹ ਲਿਖਣਾ ਹੈ ਬਸ ਐਡਿੰਗ ਵਾਟਰ ਟੂ ਐਨ ਐਸਿਡ ਔਰ ਬੇਸ ਡਿਕਰੀਜ਼ਿਜ਼ ਦੀ ਕੰਸਨਟ੍ਰੇਸ਼ਨ ਆਫ ਆਇਨਸ। ਜੇ ਐਸਿਡ ਹੈਗਾ ਤੇ ਹਾਈਡਰੋਨੀਅਮ ਆਇਨਸ ਤੇ ਜੇ ਬੇਸ ਹੈਗਾ ਤੇ ਹਾਈਡਰੋਕਸਾਈਡ ਆਇਨਸ per unit volume। ठीक है। This process is called dilution and the acid or the base is said to be diluted। मतलब कि ਅਸੀਂ ਕਹਿੰਦੇ dilute the acid ਤੇ ਅਸੀਂ dilute the acid ਦਾ ਮਤਲਬ ਕੀ ਹੈ ਕਿ ਉਸ ਐਸਿਡ ਦੇ ਵਿੱਚ ਪਾਣੀ ਪਾਣਾ। ਜੇ ਮੈਂ ਕਹਾਂ dilute the base, ਇਸ ਬੇਸ ਨੂੰ dilute ਕਰੋ, ਇਹਦਾ ਮਤਲਬ ਕਿ ਇਹਦੇ ਵਿੱਚ ਪਾਣੀ ਪਾਣਾ। ਠੀਕ ਹੈ। ਅੱਗੇ ਚਲੀਏ। ਕੌਸ਼ਨ। ਹੁਣ ਇੱਕ ਸਾਵਧਾਨੀ ਹੈ, ਜਦੋਂ ਪਾਣੀ ਪਾਣਾ ਹੈ ਤੇ ਕੀ ਖਿਆਲ ਕਰਨਾ ਹੈ, ਖਾਸ ਤੌਰ ਤੇ ਐਸਿਡ ਨੂੰ ਜਦੋਂ ਡਾਇਲਿਊਟ ਕਰਨਾ ਹੈ ਤੇ ਇਸ ਗੱਲ ਦਾ ਬੜਾ ਖਿਆਲ ਰੱਖਣਾ ਹੈ, ਵਾਟਰ ਮਸਟ ਨੈਵਰ ਬੀ ਐਡਿਡ ਟੂ ਅ ਕੰਸਨਟ੍ਰੇਟਿਡ ਐਸਿਡ। ਪਾਣੀ ਕਦੀ ਨਹੀਂ ਪਾਣਾ, ਮਤਲਬ ਕਿ ਐਸਿਡ ਦੇ ਵਿੱਚ ਪਾਣੀ ਨਹੀਂ ਪਾਣਾ, ਪਾਣੀ ਦੇ ਵਿੱਚ ਐਸਿਡ ਪਾਣਾ। ਪਹਿਲੇ ਪਾਣੀ ਲੈ ਲਓ। ਇੰਸਟੈਡ ਦੀ ਐਸਿਡ ਮਸਟ ਆਲਵੇਜ਼ ਬੀ ਐਡਿਡ ਸਲੋਲੀ ਟੂ ਵਾਟਰ ਵਿਦ ਕੌਨਸਟੈਂਟ ਸਟੀਅਰਿੰਗ। ਥੋੜਾ ਐਸਿਡ ਪਾਇਆ, ਉਹਨੂੰ ਸ਼ੇਕ ਕਰਤਾ, ਹਿਲਾਤਾ, ਫਿਰ ਥੋੜਾ ਐਸਿਡ ਪਾਇਆ, ਫਿਰ ਥੋੜਾ ਸ਼ੇਕ ਕਰਤਾ। ਮਤਲਬ ਪਾਣੀ ਜਿੰਨਾ ਡਾਇਲੂਟ ਕਰਨਾ ਪਹਿਲੇ ਕੈਲਕੂਲੇਟ ਕਰ ਲਿਓ ਤੇ ਪਹਿਲੇ ਹੀ ਉਹਨਾਂ ਪਾਣੀ ਲੈ ਲਓ ਤੇ ਜਿੰਨਾ ਐਸਿਡ ਪਾਣਾ ਉਹ ਵੀ ਨਾਲ ਉਹਨਾਂ ਟੈਸਟ ਵਿੱਚ ਲੈ ਲਿਆ ਤੇ ਹੌਲੀ ਹੌਲੀ ਡ੍ਰੌਪ ਬਾਈ ਡ੍ਰੌਪ ਕਰਕੇ ਨਾਲ ਹਿਲਾ ਕੇ ਥੋੜਾ ਥੋੜਾ ਕਰਕੇ ਪਾਣਾ। ਠੀਕ ਹੈ। ਦਿਸ ਇਜ਼ ਬਿਕੋਜ਼, ਇਹ ਕਿਉਂ ਕਰਨਾ ਹੈ, ਦੀ ਪ੍ਰੋਸੈਸ ਆਫ ਡਿਜ਼ੋਲਵਿੰਗ ਐਨ ਐਸਿਡ ਔਰ ਅ ਬੇਸ ਇਨ ਵਾਟਰ ਇਜ਼ ਅ ਹਾਈਲੀ ਐਕਸੋਥਰਮਿਕ ਵਨ। ਤੁਸੀਂ ਦੇਖੋ ਬੱਚਿਓ, ਕਦੀ ਵੀ ਕਾਸਟਿਕ ਸੋਡਾ ਪਾਣੀ ਵਿੱਚ ਪਾਓ ਇੱਕਦਮ ਗਰਮ ਹੋ ਜਾਏਗਾ ਪਾਣੀ। ਐਕਸੋਥਰਮਿਕ ਰਿਐਕਸ਼ਨ ਹੈ, ਹੀਟ ਜਨਰੇਟ ਹੁੰਦੀ ਹੈ ਤੇ ਐਸਿਡ ਵਿੱਚ ਤੇ ਬਹੁਤ ਜ਼ਿਆਦਾ ਹੁੰਦੀ ਹੈ। ਇਫ ਵਾਟਰ ਇਜ਼ ਐਡਿਡ ਟੂ ਅ ਕੰਸਨਟ੍ਰੇਟਿਡ ਐਸਿਡ, ਜੇ ਪਾਣੀ ਪਾਇਆ ਜਾਵੇ, ਦੀ ਹੀਟ ਜਨਰੇਟਿਡ ਮੇ ਕਾਜ਼ ਦ ਮਿਕਸਚਰ ਟੂ ਸਪਲੈਸ਼ ਆਊਟ। ਮਤਲਬ ਕਿ ਉਹ ਜਿਹੜੀਆਂ ਗਰਮ ਬੂੰਦਾਂ ਨੇ ਮਿਕਸਚਰ ਦੀਆਂ ਉਹ ਉੱਲਰ ਕੇ ਗਰਮਾ ਗਰਮ ਬਾਹਰ ਆਉਣਗੀਆਂ ਤੇ ਸਾਡੀ ਬਾਂਹ ਤੇ ਅੰਗ ਤੇ ਮੂੰਹ ਤੇ ਕਿਤੇ ਨਾ ਕਿਤੇ ਡ੍ਰੌਪਸ ਪੈ ਕੇ ਸਾਨੂੰ ਸਾੜ ਸਕਦੀ ਸਾਡੀ ਚਮੜੀ ਨੂੰ। ਇਹ ਕਾਰਨ ਹੈ ਕਿ ਪਾਣੀ ਨੂੰ ਕਦੀ ਵੀ ਐਸਿਡ ਵਿੱਚ ਨਹੀਂ ਪਾਣਾ, ਪਾਣੀ ਦੇ ਵਿੱਚ ਐਸਿਡ ਨੂੰ ਥੋੜਾ ਥੋੜਾ ਪਾਣਾ। ਠੀਕ ਹੈ। ਕਿਉਂਕਿ ਜਿੱਦਾਂ ਹੀ ਪਾਣੀ ਪਾਵਾਂਗੇ ਐਸਿਡ ਦੇ ਵਿੱਚ ਬੜੀ ਸਟਰੋਂਗ ਰਿਐਕਸ਼ਨ ਹੋ ਜਾਏਗੀ। ਠੀਕ ਹੈ। ਦੀ ਗਲਾਸ ਕੰਟੇਨਰ ਮੇ ਆਲਸੋ ਬ੍ਰੇਕ ਡਿਊ ਟੂ ਐਕਸੈਸਿਵ ਲੋਕਲ ਹੀਟਿੰਗ। ਹੋ ਸਕਦਾ ਖਾਸ ਜਿੱਥੇ ਤੁਸੀਂ ਮਤਲਬ ਕਿ ਐਸਿਡ ਦੇ ਵਿੱਚ ਪਾਣੀ ਪਾਇਆ ਤੇ ਇੰਨੀ ਜ਼ਿਆਦਾ ਰਿਐਕਸ਼ਨ ਹੋਈ ਕਿ ਉਹ ਐਜ ਦੇ ਕੋਲ ਹੋ ਸਕਦਾ ਉਨਾ ਏਰੀਆ ਕੱਚ ਦਾ ਇੰਨਾ ਗਰਮ ਹੋ ਜਾਏ ਕਿ ਟੁੱਟ ਜਾਵੇ। ਠੀਕ ਹੈ। That is why cans, bottles of acids and bases come with the warning sign on them। ਇਹ ਬੜੇ ਕੋਰੋਸਿਵ ਹੁੰਦੇ ਨੇ, ਚਮੜੀ 'ਤੇ ਡਿੱਗ ਜਾਏ ਤੇ ਇਸ ਕਰਕੇ ਜਿਨ੍ਹਾਂ ਵਿੱਚ ਇਹ ਡੱਬਿਆਂ ਵਿੱਚ ਬੋਤਲਾਂ ਵਿੱਚ ਐਸਿਡ ਬੇਸ ਰੱਖੇ ਜਾਂਦੇ ਨੇ ਉਹਦੇ ਉੱਤੇ ਇੱਕ ਲੇਬਲ ਲੱਗਿਆ ਹੁੰਦਾ ਹੈ ਜੋ ਵਾਰਨਿੰਗ ਸਾਈਨ ਦੱਸਦਾ ਹੈ। ਇਹ ਤੁਹਾਡੀ ਕਿਤਾਬ ਦੱਸਿਆ ਹੋਇਆ ਹੈ ਵੀ ਇਹਨੂੰ ਹੱਥ ਨਹੀਂ ਲਾਣਾ, ਨੰਗੇ ਹੱਥ ਨਾਲ ਨਹੀਂ ਟੱਚ ਕਰਨਾ ਤੇ ਬੜੀ ਕੇਅਰਫੁਲੀ ਇਹਨੂੰ ਹੈਂਡਲ ਕਰਨਾ। ਠੀਕ ਹੈ। ਅੱਗੇ ਚਲੀਏ। pH ਸਕੇਲ। ਹੁਣ ਆ ਗਿਆ ਬੇਟੇ ਪਾਵਰ ਆਫ ਹਾਈਡਰੋਜਨ ਆਇਨਸ ਜਿੱਦਾਂ ਕਹਿੰਦੇ ਨੇ। ਠੀਕ ਹੈ। ਆ ਸਕੇਲ ਇੱਕ ਸਕੇਲ ਹੈ। ਸਕੇਲ ਮੈਨੇ ਜਿੱਦਾਂ ਮਾਪ, ਜਿੱਦਾਂ ਅਸੀਂ ਫੁੱਟਾ ਹੁੰਦਾ ਉਹਨਾਂ ਅਸੀਂ ਸੈਂਟੀਮੀਟਰ ਮੀਟਰ ਲੰਬਾਈ ਨਾਪਦੇ ਹਾਂ, ਜਿੱਦਾਂ ਥਰਮੋਮੀਟਰ ਹੁੰਦਾ ਉਹਨਾਂ ਅਸੀਂ ਤਾਪਮਾਨ ਨਾਪਦੇ ਹਾਂ, ਟੈਂਪਰੇਚਰ ਨਾਪਦੇ ਹਾਂ। ਇਸੀ ਤਰ੍ਹਾਂ ਬੱਚਿਓ ਇੱਕ pH ਸਕੇਲ ਹੈ ਜੋ ਸਾਨੂੰ ਇਹ ਦੱਸਦਾ ਹੈ ਕਿ ਕੋਈ ਚੀਜ਼ ਕਿੰਨੀ ਜ਼ਿਆਦਾ ਐਸਿਡਿਕ ਹੈ ਤੇ ਕਿੰਨੀ ਬੇਸਿਕ ਹੈਗੀ ਹੈ, ਕਿ ਕਿੰਨੀ ਸਟਰੋਂਗ ਐਸਿਡ ਹੈ, ਕਿੰਨਾ ਸਟਰੋਂਗ ਬੇਸ ਹੈ। ਠੀਕ ਹੈ। A scale for measuring concentration of hydrogen ions in a solution is called pH scale। P power H मतलब हाइड्रोजन आयंस ਦੀ ਪਾਣੀ ਦੇ ਵਿੱਚ ਕਿੰਨੀ ਮਾਤਰਾ ਹੈ, ਕਿੰਨੀ ਕੰਸਨਟ੍ਰੇਸ਼ਨ ਹੈ, ਉਹ ਸਾਨੂੰ ਇਹ ਦੱਸਦਾ ਹੈ ਤੇ ਜਿੰਨੀ ਜ਼ਿਆਦਾ ਹਾਈਡਰੋਜਨ ਆਇਨ ਦੀ ਕੰਸਨਟ੍ਰੇਸ਼ਨ ਹੋਏਗੀ ਉਨਾ ਹੀ ਜ਼ਿਆਦਾ ਉਹ ਐਸਿਡਿਕ ਹੋਏਗਾ, ਜਿੰਨੀ ਘੱਟ ਹੋਏਗੀ ਉਨਾ ਘੱਟ ਐਸਿਡਿਕ ਹੋਏਗਾ। ਸੋ ਸਿੰਪਲ। So pH is simply a number which shows the acidic or basic nature of solution। On the pH scale, pH ranges from 0 very acidic, ठीक है, to 14 very alkaline, बहुत ज़्यादा basic है। A neutral solution has a pH of 7। middle value ਜਿਹੜੀ ਹੈ 7 ਦਾ ਮਤਲਬ ਹੈ ਜਿਹਦਾ distilled water neutral ਹੈਗਾ, 7 ਤੋਂ ਥੱਲੇ acidic ਹੈਗਾ, 7 ਤੋਂ ਉੱਪਰ alkaline ਹੈਗਾ, basic ਹੈਗਾ। So values less than 7 mean an acidic solution and from 7 to 14 indicate an alkaline solution। Higher the hydronium ion concentration, more the acidic character and lower is the pH value।
जनरली द यूनिवर्सल इंडिकेटर इज यूज फॉर मेजरिंग pH। यूनिवर्सल इंडिकेटर होंदा है, पूरी तुहानूं फोटो दिखा दिंदे हैं इत्थे ना, थोड़ी किताब चो ली है। देखो यह बच्चों इस तरह है कि यह ग्राफ इदा मतलब कि एक समझाने का तरीका है। यह देखो यह है हाइड्रोजन आयन, मतलब कि वैरी हाई हाइड्रोजन आयनस फुल, तो pH है 0, वैरी एसिडिक, हाईली एसिडिक। इत्थों गए घटते गया घटता गया, इत्थे हो गया 7 तो है न्यूट्रल, तो इत्थे होर घटते गए, इत्थे OH की कंसनट्रेशन घट है, इत्थे OH की कंसनट्रेशन वधी गई, यह अल्कलाइन हो गया। सो मोर OH less H plus, इत्थे मोर H plus ते less OH। So this area 0 to 7 is acidic, 7 is neutral, greater than 7 is alkaline। ठीक है बच्चों, क्या देखो यह है इंडिकेटर, यूनिवर्सल इंडिकेटर है। देखो बच्चों जिन्ना ज़्यादा गूढ़ा रंग हो जाएगा, लाल थोड़ा घट गया, लाल थोड़ा पीला हो गया, फिर ना फिर इत्थे न्यूट्रल जहा हो गया। ठीक है, इत्थे फिर नीले विच आ गया ज़्यादा, तो हो गया जिन्ना ज़्यादा गूढ़ा नीला हो जाएगा उन्ना ज़्यादा बेसिक होएगा। सोडियम हाइड्रोक्साइड सोल्यूशन का दस्या होया। ठीक है, तो अबाउट 14 वैल्यू हैगी ਇਹਦੀ। ਤੇ ਮਿਲਕ ਆਫ ਮੈਗਨੀਸ਼ੀਆ ਦਾ ਹੈਗਾ ਉਹ ਘੱਟ ਐਲਕਲਾਈਨ ਹੈਗਾ, ਉਹਦੀ ਵੈल्यू ਹੈਗੀ 10। ਤੇ ਪਿਓਰ ਵਾਟਰ ਜਿਹੜਾ ਹੈਗਾ ਉਹ 7 ਹੈ, ਹਰਾ ਜਿਹਾ ਰੰਗ ਹੈ, मतलब कि लाल और नीले ਨੂੰ ਮਿਕਸ ਕਰ ਦੋ ਤੇ ਹਰਾ ਰੰਗ ਬਣਦਾ ਹੈ। ਠੀਕ ਹੈ, ਇੱਥੇ ਫਿਰ ਲੈਮਨ ਜੂਸ ਜਿਹੜਾ ਹੈ ਇਹਦਾ ਹੈਗਾ ਐਸਿਡਿਕ ਵੈਲਿਊ 2 ਹੈਗੀ ਹੈ। ਤੇ ਗੈਸਟ੍ਰਿਕ ਜੂਸ ਪਤਾ ਹੈ ਕਿਹੜਾ ਹੁੰਦਾ ਹੈ? ਹਾਈਡਰੋਕਲੋਰਿਕ ਐਸਿਡ ਜੋ ਸਾਡੇ ਢਿੱਡ ਵਿੱਚ ਪੈਦਾ ਹੁੰਦਾ ਕੁਦਰਤ ਵੱਲੋਂ। ਠੀਕ ਹੈ, ਇਹ ਤੁਸੀਂ ਪੜ੍ਹਿਆ ਹੋਣਾ ਉਹ 'ਚ ਜਿਹੜਾ ਤੁਹਾਡਾ ਲਾਈਫ ਪ੍ਰੋਸੈਸਿਸ ਵਿੱਚ ਮੈਂ ਲੈਸਨ ਪਾਇਆ ਸੀਗਾ, ਸਾਡੀ ਬੋਡੀ ਜਿਹੜੀ ਹੈ ਹਾਈਡਰੋਕਲੋਰਿਕ ਐਸਿਡ ਪ੍ਰੋਡਿਊਸ ਕਰਦੀ ਹੈ। ਠੀਕ ਹੈ, ਸੋ ਇਹ ਦੇਖੋ ਇਹ ਹਾਈਡਰੋਕਲੋਰਿਕ ਐਸਿਡ ਦਾ ਜਿਹੜੀ ਵੈਲਿਊ ਹੈਗੀ 1 ਹੈਗੀ ਹੈ, ਤੇ ਲੈਮਨ ਜੂਸ ਜਿਹੜਾ ਹੈ ਉਹ 2 ਹੈਗਾ, ਉਹ ਘੱਟ ਐਸਿਡਿਕ ਹੈਗਾ। ਠੀਕ ਹੈ, ਅੱਗੇ ਚਲੀਏ। The strength of acids and bases depends on the number of H plus ions and OH minus ions produced respectively। मतलब कि ਇਹ ਜਿਹੜੀ ਦੋ ਚੀਜ਼ਾਂ ਨੇ ਇਹ ਕੰਸਨਟ੍ਰੇਸ਼ਨ OH ਮਾਈਨਸ ਕੰਸਨਟ੍ਰੇਸ਼ਨ ਮੈਜ਼ਰ ਕਰਦੀ ਬੇਸ ਦੀ, ਤੇ H ਜਿਹੜੀ ਕੰਸਨਟ੍ਰੇਸ਼ਨ ਮੈਜ਼ਰ ਕਰਦੀ ਹੈ ਐਸਿਡ ਦੀ। ਠੀਕ ਹੈ, same concentrations of CH3COOH acidic acid and HCl produce different amounts of hydrogen ions। मतलब कि ਇੱਕੋ ਜਿਹੀ ਕੰਸਨਟ੍ਰੇਸ਼ਨ ਵਾਲੇ ਦੋ ਐਸਿਡ ਲੈ ਲਓ, ਪਰ ਉਹ H1 ਦੀ H+ ਦੀ ਕੰਸਨਟ੍ਰੇਸ਼ਨ ਵੱਖਰੀ ਹੋਏਗੀ, ਕਿਉਂਕਿ ਬੱਚਿਓ ਹਾਈਡਰੋਕਲੋਰਿਕ ਐਸਿਡ ਇਜ਼ ਸਟਰੋਂਗਰ ਦੈਨ ਦਿਸ ਐਸਿਡ। ਇਸ ਕਰਕੇ ਜਿਹੜਾ HCl ਹੈਗਾ it will produce more hydrogen ions than CH3COOH। ठीक है, acids that give rise to more H+ ions are said to be strong acids, वो strong ने, and acids that give less H+ ions are said to be weak acids। ਤੇ ਇਸੀ ਢੰਗ ਦੇ ਨਾਲ similarly more concentration of OH minus ions means stronger base, ਤੇ less OH minus ions means weaker base। बस so H+ concentration है, H ions concentrations they tell us about the acidic behavior, greater the H hydronium ions stronger the acid, and vice versa। the OH minus ions hydroxide ions they tell us about the strength of the bases, greater the hydroxide ions stronger the base। ठीक है, and vice versa। low that means lower the hydroxide ions weaker the base। ठीक है, बड़ी सिंपल स्ट्रेट फॉरवर्ड गल्लां ही है बच्चों। ਹੁਣ ਅਗੇ pH ਦੀ ਵੈਲਿਊ ਦੀ ਸਾਡੀ ਡੇ ਟੂ ਡੇ ਲਾਈਫ 'ਚ ਰੋਜ਼ਮर्रा ਦੀ ਜ਼ਿੰਦਗੀ ਵਿੱਚ ਇਹਦਾ ਕੀ ਮਕਸਦ, ਇਹਦਾ ਕੀ ਮਹੱਤਤਾ ਹੈਗੀ ਹੈ, ਇਹ ਵੀ ਦੇਖ ਲਈ, ਬੜੀ ਇੰਪੋਰਟੈਂਟ ਚੀਜ਼ ਹੈ। ਲਿਵਿੰਗ ਆਰਗੈਨਿਜ਼ਮਸ ਕੈਨ ਸਰਵਾਈਵ ਓਨਲੀ ਇਨ ਅ ਨੈਰੋ ਰੇਂਜ ਆਫ pH ਰੇਂਜ। ਇੱਥੇ ਬੱਚਿਓ ਨੈਰੋ ਰੇਂਜ ਆਫ pH ਚੇਂਜ, मतलब कि ਜਿਹੜੇ ਜੀਵ ਜੰਤੂ ਨੇ ਉਹ ਖਾਸ ਇੱਕ ਰੇਂਜ ਹੈਗਾ, मतलब कि ਉਨੇ ਮਾਤਰਾ ਵਿੱਚ ਤੋਂ pH ਦੀ ਰੇਂਜ ਵਿੱਚ ਹੀ ਜੀਦੇ ਰਹਿ ਸਕਦੇ ਨੇ, ਨਹੀਂ ਤੇ ਮਰ ਜਾਂਦੇ ਨੇ। ਠੀਕ ਹੈ, ह्यूमन बॉडी वर्क्स विद इन द pH रेंज ऑफ 7 to 7.8। बड़ी इंपॉर्टेंट गल है साडे लिए। साडी बॉडी का जो रेंज होंदा ना pH बच्चों, ਇਹਦਾ मतलब कि वो एल्कलाइन वाले पासे ज़्यादा है। जे एसिडिक हो जाए साडी बॉडी फिर सानू बीमारियां लग जाती हैं। सो न्यूट्रल तो लैके 7 to 7.8 मतलब कि ग्रेटर दैन 7, इट मीनस साडी जिहड़ी बॉडी वधिया तां रहिंदी है जे ਇਹਦੀ अंदर ਬਣਤਰ ਜਿਹੜੀ एल्कलाइन रहे। ਜਦੋਂ ਅਸੀਂ जंक फूड खाने ਆ, बाहर ਦਾ गंदमंद खाने ਆ, तद साडी बॉडी ਵਿੱਚ एसिडिक ਜਿਹੜੀ वृत्ति है वो ਵੱਧ ਜਾਂਦੀ है। ठीक है, रेन इज टर्म्ड एज एसिड रेन व्हेन इट्स pH इज लैस दैन 5.6। ਤਾਂ ਅਸੀਂ ਕਹਿੰਦੇ ਆ एसिड रेन, मतलब ये 5.6 तो ज़्यादा हो गई वैल्यू,
ਫਿਰ ਅਸੀਂ ਉਹਨੂੰ ਐਸਿਡ ਰੇਨ ਦੀ ਕੈਟੇਗਰੀ ਨਹੀਂ ਦਿੰਦੇ। ਜੇ 5.6 ਤੋਂ ਥੱਲੇ ਆ ਜਾਏ pH ਦੀ ਵੈਲਿਊ ਫਿਰ ਅਸੀਂ ਕਹਿੰਦੇ ਹਾਂ ਐਸਿਡ ਰੇਨ ਹੋਈ ਹੈ, ਠੀਕ ਹੈ, ਤੇਜ਼ਾਬੀ ਮੀਂਹ ਹੋ ਗਿਆ। ਦੀ ਐਸਿਡ ਰੇਨ ਇਨ ਟਰਨ ਬ੍ਰਿੰਗਸ ਡਾਊਨ ਦੀ pH ਆਫ ਰਿਵਰ ਵਾਟਰ। ਹੁਣ ਜਦ ਮੀਂਹ ਐਸਿਡ ਰੇਨ ਆਏਗਾ, ਇਹ ਕਿਉਂ ਆਇਆ ਬੱਚੋ? ਐਸਿਡ ਰੇਨ ਪੋਲਿਊਸ਼ਨ ਕਰਕੇ, ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਗਈ, ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ। ਸੋ ਸਲਫਰ ਡਾਈਆਕਸਾਈਡ ਮਿਕਸਿਸ ਵਿਦ ਵਾਟਰ ਟੂ ਫਾਰਮ ਸਲਫਿਊਰਿਕ ਐਸਿਡ, ਨਾਈਟ੍ਰੋਜਨ ਡਾਈਆਕਸਾਈਡ ਮਿਕਸਿਸ ਵਿਦ ਵਾਟਰ ਟੂ ਫਾਰਮ ਨਾਈਟ੍ਰਿਕ ਐਸਿਡ। ਇਹ ਪਾਣੀ 'ਚ ਘੁਲ ਜਾਂਦਾ, ਮੀਂਹ ਨਾਲ ਥੱਲੇ ਆਉਂਦਾ, ਫਿਰ ਨਦੀਆਂ ਵਿੱਚ ਜਾਂਦਾ, ਚੂਹਾਂ ਵਿੱਚ ਜਾਂਦਾ, ਪੌਂਡਸ ਜਿਹੜੇ ਛੱਪੜ ਨੇ, ਤਲਾਅ ਨੇ, ਉਹਨਾਂ 'ਚ ਜਾਂਦਾ। ਤੇ ਉਹਨਾਂ ਵਿੱਚ ਜਿਹੜੇ ਜਾਨਵਰ ਨੇ, ਮੱਛੀਆਂ ਨੇ, ਬੂਟੀਆਂ ਨੇ, ਬੂਟੇ ਨੇ, ਹੋਰ ਕਈ ਕਿਸਮ ਦੇ ਜਾਨਵਰ ਨੇ, ਉਹਨਾਂ ਲਈ ਫਿਰ ਇਹ ਜ਼ਿੰਦਗੀ, ਇਹ ਮਤਲਬ ਕਿ ਐਸਿਡਿਕ ਜਿਹੜਾ ਵਾਟਰ ਹੈ ਉਹਨਾਂ ਦੀ ਜ਼ਿੰਦਗੀ ਦਾ ਖਤਰਾ ਬਣ ਜਾਂਦਾ ਹੈ। ਦੇਖੋ, ਦੀ ਐਸਿਡਿਕ ਰਿਵਰ ਵਾਟਰ ਮੇਕਸ ਡਿਫਿਕਲਟ ਦੀ ਸਰਵਾਈਵਲ। ਸਰਵਾਈਵਲ ਮਤਲਬ ਜੀਂਦੇ ਰਹਿਣਾ। ਐਕੁਐਟਿਕ ਲਾਈਫ, ਐਕੁਐਟਿਕ ਲਾਈਫ ਕਿਹੜੀ ਹੁੰਦੀ ਬੱਚਿਓ? ਜਿਹੜੀ ਜ਼ਿੰਦਗੀ, ਜਿਹੜੇ ਜੀਆ ਜੰਤ ਪਾਣੀ ਵਿੱਚ ਨੇ ਉਹਨੂੰ ਅਸੀਂ ਕਹਿੰਦੇ ਐਕੁਐਟਿਕ। ਐਕੁਐਟਿਕ ਅਸੀਂ ਇਹ ਕਹਿ ਸਕਦੇ ਹਾਂ ਐਡਜੈਕਟਿਵ ਆਫ ਵਾਟਰ, ਐਕੁਐਟਿਕ ਲਾਈਫ। ਤੇ ਜਿਹੜੀ ਜ਼ਮੀਨ ਤੇ ਰਹਿੰਦੀ ਉਹਨੂੰ ਕਹਿੰਦੇ ਟੈਰੇਸਟਰੀਅਲ ਲਾਈਫ। ਜਿਹੜਾ ਧਰਤੀ ਤੇ ਜੀਂਦੇ ਨੇ ਸੁੱਕੇ ਥਾਂ ਤੇ ਉਹਨੂੰ ਟੈਰੇਸਟਰੀਅਲ ਲਾਈਫ ਕਹਿ ਦਿੰਦੇ ਆ। ਤੇ ਜਿਹੜੇ ਪਾਣੀ ਵਿੱਚ ਜੀਵ ਜੰਤੂ ਨੇ ਉਹਨੂੰ ਕਹਿੰਦੇ ਨੇ ਐਕੁਐਟਿਕ ਲਾਈਫ। ਤੇ ਜਦੋਂ ਬੱਚੇ ਪਾਣੀ ਵਿੱਚ ਐਸਿਡ ਜ਼ਿਆਦਾ ਆ ਜਾਏਗਾ ਤੇ ਜੀਵ ਜੰਤੂਆਂ ਦੇ ਮਰਨ ਦਾ ਖਤਰਾ ਵੱਧ ਜਾਂਦਾ ਹੈ, ਠੀਕ ਹੈ। ਵੀ ਕੈਨੋਟ ਇਮੇਜਿਨ ਲਾਈਫ ਔਨ ਦੀ ਪਲੈਨਟ ਵੀਨਸ। ਜਿਹੜਾ ਸਾਡਾ ਗ੍ਰਹਿ ਵੀਨਸ ਹੈਗਾ, ਠੀਕ ਹੈ ਨਾ, ਸਾਡਾ ਸਭ ਤੋਂ ਨੇੜਲਾ ਗੁਆਂਢੀ ਹੈ, ਜੋ ਮਤਲਬ ਕਿ ਸੂਰਜ ਤੋਂ ਤੀਸਰਾ ਗ੍ਰਹਿ ਨਹੀਂ, ਦੂਜਾ ਗ੍ਰਹਿ ਹੈਗਾ। ਪਹਿਲਾ ਮਰਕਰੀ ਹੈਗਾ, ਫਿਰ ਦੂਜਾ ਵੀਨਸ ਹੈਗਾ, ਫਿਰ ਸਾਡਾ ਅਰਥ ਹੈਗਾ, ਠੀਕ ਹੈ। ਤੇ ਸਾਡਾ ਸਭ ਤੋਂ ਨੇੜਲਾ ਗੁਆਂਢੀ ਵੀਨਸ ਹੈਗਾ। ਪਰ ਵੀਨਸ ਦੇ ਉੱਤੇ ਜ਼ਿੰਦਗੀ ਮੁਮਕਿਨ ਨਹੀਂ ਹੈਗੀ। ਕਿਉਂ? ਬਿਕੋਜ਼ ਇਟਸ ਐਟਮੋਸਫੀਅਰ ਇਜ਼ ਮੇਡ ਅਪ ਆਫ ਥਿਕ ਵਾਈਟ ਐਂਡ ਯੈਲੋਇਸ਼ ਕਲਾਊਡਸ ਆਫ ਸਲਫਿਊਰਿਕ ਐਸਿਡ। ਇਹ ਸਾਰਾ ਇਹਦਾ ਵਾਤਾਵਰਨ ਜਿਹੜਾ ਹੈ ਸਲਫਿਊਰਿਕ ਐਸਿਡ ਦੇ ਵੇਪਰ ਜਿਹੜੇ ਨੇ, ਧੂਆਂ ਜਿਹੜਾ ਹੈ ਸਲਫਿਊਰਿਕ ਐਸਿਡ ਦਾ, ਉਹਦੇ ਜਿਹੜੇ ਬੱਦਲ ਬਣੇ ਹੋਏ ਨੇ, ਵੇਪਰ ਬਣੇ ਹੋਏ ਨੇ, ਉਹਦੇ ਨਾਲ ਕਵਰਡ ਹੈਗਾ। ਉੱਥੇ ਜ਼ਿੰਦਗੀ ਮੁਮਕਿਨ ਨਹੀਂ ਹੈਗੀ, ਠੀਕ ਹੈ। ਅੱਗੇ ਚਲੀਏ। pH ਐਂਡ ਸੋਇਲ, ਮਤਲਬ pH ਔਰ ਸਾਡੀ ਜਿਹੜੀ ਮਿੱਟੀ ਹੈ, ਦੇਖੋ ਪੰਜਾਬ, ਸਾਡੇ ਦੇਸ਼ ਵਿੱਚ ਜਿਹੜਾ ਇੰਡੀਆ ਹੈ, ਇਹ 60% ਪਾਪੂਲੇਸ਼ਨ ਹਾਲੇ ਵੀ ਖੇਤੀਬਾੜੀ ਨਾਲ ਜੁੜੀ ਹੋਈ ਹੈ। ਸੋ ਮਿੱਟੀ ਦਾ ਵੀ pH ਨਾਲ ਬੜਾ ਗੂੜਾ ਸੰਬੰਧ ਹੈ, ਠੀਕ ਹੈ। ਵਟ ਇਜ਼ ਦ ਰਿਲੇਸ਼ਨਸ਼ਿਪ ਬਿਟਵੀਨ ਦ ਟੂ? ਲੈਟਸ ਸੀ। ਪਲਾਂਟਸ ਰਿਕੁਆਇਰ ਅ ਸਪੈਸੀਫਿਕ pH ਰੇਂਜ ਫॉर देयर ਹੈਲਦੀ ਗਰੋਥ। ਜਿਹੜੀ ਫਸਲਾਂ ਨੇ, ਬੂਟੇ ਨੇ, ਬਾਗ ਨੇ, ਉਹਨਾਂ ਨੂੰ ਇੱਕ ਖਾਸ pH ਦਾ ਰੇਂਜ ਚਾਹੀਦਾ ਹੈ ਆਪਣੀ ਵਧਣ ਫੁੱਲਣ ਲਈ। ਪਲਾਂਟਸ ਗਰੋ ਵੈਲ ਵੈਨ ਦੀ ਸੋਇਲ ਇਜ਼ ਨੀਦਰ ਟੂ ਐਸਿਡਿਕ ਨਾਟ ਟੂ ਐਲਕਲਾਈਨ। ਮਤਲਬ ਕਿ pH ਸਕੇਲ ਜਿਹੜਾ ਮਿੱਟੀ ਦਾ ਹੈ ਉਹ ਨਾ ਬਹੁਤ ਐਸਿਡਿਕ ਹੋਣਾ ਚਾਹੀਦਾ, ਨਾ ਘੱਟ ਹੋਣਾ ਚਾਹੀਦਾ, ਨਾ ਜ਼ਿਆਦਾ ਹੋਣਾ ਚਾਹੀਦਾ, 7 ਦੇ ਲਾਗੇ ਛਾਗੇ ਹੋਣਾ ਚਾਹੀਦਾ। ਵੈਨ ਦੀ ਸੋਇਲ ਇਜ਼ ਟੂ ਐਸਿਡਿਕ ਇਟ ਇਜ਼ ਟ੍ਰੀਟਡ ਵਿਦ ਬੇਸਿਸ ਲਾਈਕ ਕੈਲਸ਼ੀਅਮ ਆਕਸਾਈਡ, ਜਿਹਨੂੰ ਕਹਿੰਦੇ ਆ ਕੁਇਕ ਲਾਈਮ। ਜੇ ਤੇ ਮਿੱਟੀ ਤੇਜ਼ਾਬੀ ਹੈ ਫਿਰ ਉਹਦੇ ਵਿੱਚ ਅਸੀਂ ਕੁਇਕ ਲਾਈਮ ਪਾਉਂਦੇ ਹਾਂ, ਔਰ ਕੈਲਸ਼ੀਅਮ ਹਾਈਡਰੋਕਸਾਈਡ ਜਿਹਨੂੰ ਕਹਿੰਦੇ ਸਲੇਕਟ ਲਾਈਮ, ਠੀਕ ਹੈ, ਚੂਨਾ। ਇਫ ਦੀ ਸੋਇਲ ਇਜ਼ ਬੇਸਿਕ ਦੈਨ ਆਰਗੈਨਿਕ ਮੈਟਰ, ਕੰਪੋਸਟ, ਜਿਹੜੀ ਪੱਤੀਆਂ ਤੋਂ, ਸਬਜ਼ੀਆਂ ਦੀ ਜੂਠ ਤੋਂ, ਸਬਜ਼ੀਆਂ ਦੇ ਛਿਲਕਿਆਂ ਤੋਂ, ਹਨਾ, ਇਹਨਾਂ ਚੀਜ਼ਾਂ ਤੋਂ ਜੋ ਆਰਗੈਨਿਕ ਮੈਟਰ ਜਿਹੜਾ ਹੈ, ਠੀਕ ਹੈ, ਉਹ ਕੰਪੋਸਟ ਬਣਦੀ ਹੈ, ਜਿਹਨੂੰ ਅਸੀਂ ਕਹਿੰਦੇ ਦੇਸੀ ਢੇਰ, ਇਜ਼ ਐਡਿਡ ਟੂ ਇਟ। ਜਦੋਂ ਸੋਇਲ ਬੇਸਿਕ ਹੋਵੇ, ਕੰਪੋਸਟ ਰਿਲੀਜ਼ਿਸ ਐਸਿਡਸ, ਇਹ ਚੋਂ ਕੁਦਰਤੀ ਐਸਿਡ ਨਿਕਲਦੇ ਨੇ, ਵਿਚ ਨਿਊਟਰਲਾਈਜ਼ ਦੀ ਬੇਸਿਕ ਨੇਚਰ ਆਫ ਦੀ ਸੋਇਲ, ਠੀਕ ਹੈ ਬੱਚੋ। ਇਹ ਵੀ 2-3 ਨੰਬਰ ਦਾ ਸਵਾਲ ਆ ਸਕਦਾ ਇੱਦਾਂ ਦਾ, ਇਹਨੂੰ ਵੀ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਓ। pH ਐਂਡ ਡਾਈਜੈਸਟਿਵ ਸਿਸਟਮ, ਸਾਡੀ ਪਾਚਨ ਪ੍ਰਣਾਲੀ ਹੈ, ਜੋ ਸਾਡਾ ਖਾਣਾ ਹਜਮ ਕਰਦੀ ਹੈ, ਉਹਦਾ ਵੀ pH ਨਾਲ ਬੜਾ ਗੂੜਾ ਸੰਬੰਧ ਹੈ। ਆਵਰ ਸਟੋਮਕ ਪ੍ਰੋਡਿਊਸਿਸ HCl, ਹਾਈਡਰੋਕਲੋਰਿਕ ਐਸਿਡ, ਤੁਹਾਨੂੰ ਦੱਸਿਆ ਪਹਿਲੇ, ਹੈ ਨਾ। ਹਾਈਡਰੋਕਲੋਰਿਕ ਐਸਿਡ ਜਿਹੜਾ pH ਹੈ ਉਹਦਾ ਲੈਮਨ ਜੂਸ ਤੋਂ ਘੱਟ ਹੈ, ਮਤਲਬ ਕਿ ਹਾਈਡਰੋਕਲੋਰਿਕ ਐਸਿਡ ਇਜ਼ ਮੋਰ ਐਸਿਡਿਕ ਦੈਨ ਦੀ ਸਿਟਰਿਕ ਐਸਿਡ ਇਨ ਲੈਮਨ ਜੂਸ। ਸੋ ਵਿਚ ਹੈਲਪਸ ਇਨ ਦੀ ਡਾਈਜੈਸ਼ਨ ਆਫ ਫੂਡ। ਇਹ ਸਾਡੇ ਖਾਣੇ ਨੂੰ ਹਜਮ ਕਰਨ ਲਈ ਜ਼ਰੂਰੀ ਹੈ ਇਹ ਵਾਲਾ ਤੇਜ਼ਾਬ, ਬਟ ਡਜ਼ ਨਾਟ ਹਾਰਮ ਦੀ ਸਟੋਮਕ। ਪਰ ਦੇਖੋ ਬੱਚਿਓ, ਪਰਮਾਤਮਾ ਨੇ, ਵਾਹਿਗੁਰੂ ਨੇ ਕਿੰਨੀ ਕਮਾਲ ਦੀ ਰਚਨਾ ਬਣਾਈ ਹੈ। ਇਹ ਐਸਿਡ ਖਾਣੇ ਨੂੰ ਤੇ ਪਚਾ ਦਿੰਦਾ ਹੈ, ਪਰ ਸਾਡੀ ਜਿਹੜੀ ਚਮੜੀ ਦੀ ਅੰਦਰ ਪਰਤ ਹੈਗੀ ਹੈ ਢਿੱਡ ਦੇ ਅੰਦਰ, ਇਹ ਐਸਿਡ ਉਹਨੂੰ ਕੁਝ ਨਹੀਂ ਕਹਿੰਦਾ, ਠੀਕ ਹੈ। ਹਾਊਐਵਰ ਦੀ ਸਟੋਮਕ ਪ੍ਰੋਡਿਊਸਿਸ ਮੋਰ ਹਾਈਡਰੋਕਲੋਰਿਕ ਐਸਿਡ ਡਿਊਰਿੰਗ ਇੰਡਾਈਜੈਸ਼ਨ। ਜਦੋਂ ਅਸੀਂ ਬੇਲੋੜਾ ਖਾਂਦੇ ਹਾਂ, ਗੰਦਮੰਦ ਖਾਂਦੇ ਹਾਂ, ਫਿਰ ਸਾਡੇ ਢਿੱਡ ਨੂੰ ਜ਼ਿਆਦਾ ਐਸਿਡ ਪ੍ਰੋਡਿਊਸ ਕਰਨਾ ਪੈਂਦਾ, ਉਹਨਾਂ ਐਸਿਡਿਟੀ ਹੋ ਜਾਂਦੀ ਹੈ, ਅਸੀਂ ਕਹਿੰਦੇ ਖਟਾਸ ਬਣ ਗਈ ਹੈ, ਠੀਕ ਹੈ। ਵਿਚ ਕੈਨ ਬੀ ਪੇਨਫੁਲ, ਉਹਨਾਂ ਸਾਨੂੰ ਬੜੀ ਛਾਤੀ 'ਚ ਦਰਦ ਹੁੰਦੀ ਹੈ। ਦੀ ਪੇਨ ਕੈਨ ਬੀ ਰਿਜ਼ੋਲਵਡ ਬਣੇ, ਉਹਨੂੰ ਹੱਲ ਕੀਤਾ ਜਾ ਸਕਦਾ, ਪੇਨ ਨੂੰ, ਦਰਦ ਨੂੰ ਹਟਾਇਆ ਜਾ ਸਕਦਾ ਹੈ ਬਾਈ ਟੇਕਿੰਗ ਐਨ ਐਂਟਾਸਿਡ। ਐਂਟਾਸਿਡ ਹੁੰਦਾ ਬੱਚਿਓ ਐਂਟ ਐਸਿਡ, ਐਂਟਾਸਿਡ ਅਰਥਾਤ ਐਸਿਡ ਦਾ ਐਂਟੀ, ਐਸਿਡ ਨੂੰ ਨਿਊਟਰਲਾਈਜ਼ ਕਰਨ ਵਾਲਾ, ਲਾਈਕ ਮਿਲਕ ਆਫ ਮੈਗਨੀਸ਼ੀਆ, ਜਿਹੜਾ ਅਸੀਂ ਕਹਿੰਦੇ ਡਾਈਜਿਨ ਕਹਿ ਦਿੰਦੇ ਹਾਂ, ਜਾਂ ਜਿਹੜਾ
ਉਹ ਜੈਲੂਸਿਲ ਕਹਿ ਦਿੰਦੇ ਆ, ਹੈ ਨਾ, ਉਹਦਾ ਐਕਚੁਅਲੀ ਮੈਗਨੀਸ਼ੀਅਮ ਹਾਈਡਰੋਕਸਾਈਡ ਹੁੰਦਾ ਉਹਦੇ ਵਿੱਚ, ਇਹਨੂੰ ਮਿਲਕ ਆਫ ਮੈਗਨੀਸ਼ੀਆ ਕਹਿ ਦਿੰਦੇ ਆ। ਵਿੱਚ ਹੁਣ ਇਹ ਬੇਸ ਹੈਗਾ ਤੇ ਹਾਈਡਰੋਕਲੋਰਿਕ ਐਸਿਡ ਕੀ ਹੈਗਾ, ਇਹ ਹੈਗਾ ਐਸਿਡ ਹੈਗਾ। ਸੋ ਮੈਗਨੀਸ਼ੀਅਮ ਤੇ ਜਿਹੜੇ ਮਿਕਸ ਕਰਦੇ ਨੇ, ਰਿਐਕਸ਼ਨ ਹੁੰਦੀ ਹੈ, ਮੈਗਨੀਸ਼ੀਅਮ ਕਲੋਰਾਈਡ ਬਣ ਜਾਂਦਾ ਤੇ H2O ਨਿਊਟਰਲ ਪਾਣੀ ਬਣ ਜਾਂਦਾ। ਤੇ ਉਹ ਐਸਿਡਿਟੀ ਜਿਹੜੀ ਸਾਨੂੰ, ਐਸਿਡ ਜਿਹੜਾ ਜ਼ਿਆਦਾ ਬਣਿਆ ਹੁੰਦਾ ਉਹ ਨਿਊਟਰਲਾਈਜ਼ ਹੋ ਜਾਂਦਾ, ਵਿਚ ਨਿਊਟਰਲਾਈਜ਼ਸ ਦੀ ਐਕਸੈਸ ਐਸਿਡ। ਪਰ ਬੱਚਿਓ ਇਹਨੂੰ ਖਾਣ ਦੀ ਆਦਤ ਨਹੀਂ ਪਾਣੀ ਚਾਹੀਦੀ, ਉਹਨਾਂ ਸਾਡੀ ਪਾਚਨ ਕਰਨ ਪ੍ਰਣਾਲੀ ਜਿਹੜੀ ਹੈ ਉਹ ਵਿਗੜ ਜਾਂਦੀ ਹੈ। ਬਜਾਏ ਇਹਨਾਂ ਤੇ ਡਿਪੈਂਡ ਕਰਨ ਤੇ ਸਾਨੂੰ ਆਪਣੀ ਖਾਣ ਪੀਣ ਦੀਆਂ ਆਦਤਾਂ ਸੁਧਾਰਨੀਆਂ ਚਾਹੀਦੀਆਂ ਤੇ ਬਾਹਰ ਦਾ ਗੰਦ ਮੰਦ ਨਹੀਂ ਖਾਣਾ ਚਾਹੀਦਾ। ਠੀਕ ਹੈ, ਘਰ ਦਾ ਖਾਣਾ, ਸਲਾਦ ਖਾਓ, ਫਰੂਟ ਖਾਓ, ਦਾਲਾਂ ਖਾਓ, ਸਬਜ਼ੀਆਂ ਖਾਓ, ਲੱਸੀ ਪੀਓ, ਹੈ ਨਾ, ਦਹੀਂ ਖਾਓ, ਇੱਦਾਂ ਦੀ ਚੀਜ਼ਾਂ ਖਾਣੀ ਚਾਹੀਦੀਆਂ। ਓਕੇ, ਪੀਐਚ ਐਂਡ ਟੁੱਥ ਡਿਕੇ। ਟੁੱਥ ਡਿਕੇ ਮੈਨੇ ਹੁੰਦਾ ਬੱਚਿਓ ਚੀਜ਼ ਦਾ ਸੜ ਜਾਣਾ, ਖਰਾਬ ਹੋ ਜਾਣਾ। ਟੁੱਥ ਮੈਨੇ ਦੰਦ, ਸਾਡੇ ਦੰਦਾਂ ਦਾ ਸੜਨ ਦਾ ਸੰਬੰਧ ਵੀ ਬੱਚਿਓ ਪੀਐਚ ਦੇ ਨਾਲ ਹੈਗਾ। ਇਹ ਦੇਖੋ, ਟੁੱਥ ਇਨੈਮਲ ਮੇਡ ਅਪ ਆਫ ਅ ਕ੍ਰਿਸਟਲਾਈਨ ਫਾਸਫੇਟ, ਇਹਦਾ ਫਾਰਮੂਲਾ ਸ਼ਾਇਦ ਹੁੰਦਾ Ca5 PO ਬ੍ਰੈਕਟ 'ਚ ਅੱਗੇ 4 ਤੇ 3 ਤੇ ਅੱਗੇ OH। ਇਹਨੂੰ ਕਹਿੰਦੇ ਨੇ ਕੈਲਸ਼ੀਅਮ ਹਾਈਡਰੋਕਸੀ ਐਪਾਟਾਈਟ। ਇਟ ਇਜ਼ ਦੀ ਹਾਰਡੈਸਟ, ਸਾਡੇ ਸਰੀਰ ਵਿੱਚ ਸਭ ਤੋਂ ਹਾਰਡ, ਠੋਸ, ਸਖਤ, ਸਟਰੋਂਗ ਜੇ ਕੋਈ ਚੀਜ਼ ਹੈਗੀ ਹੈ ਸਾਡੇ ਦੰਦਾਂ ਦੇ ਉੱਤਲਾ ਇਨੈਮਲ ਹੈ, ਇਹਨੂੰ ਕਹਿੰਦੇ ਨੇ ਦੰਦਾਂ ਦੇ ਉੱਪਰਲੀ ਪਰਤ ਜਿਹੜੀ ਹੈਗੀ ਹੈ। ਠੀਕ ਹੈ ਬੱਚਿਓ, ਇਹ ਸਭ ਤੋਂ ਸਟਰੋਂਗ ਹੈ ਸਾਡੀ ਬੋਡੀ ਦੇ ਵਿੱਚ। ਇਟ ਇਜ਼ ਇਨਸੋਲਿਊਬਲ ਇਨ ਵਾਟਰ, ਪਾਣੀ 'ਚ ਨਹੀਂ ਘੁਲਦੀ, ਬਟ ਸਟਾਰਟਸ ਟੂ ਕੋਰੋਡ ਇਫ ਦੀ ਪੀਐਚ ਇਨ ਦੀ ਮਾਊਥ ਇਜ਼ ਬਿਲੋ 5.5। ਜਦੋਂ ਅਸੀਂ ਬੱਚਿਓ ਸਾਡੇ ਸਰੀਰ ਦੇ ਅੰਦਰ ਦੀ ਲਾਰ ਜਿਹੜੀ ਹੈ ਸਾਡੇ ਮੂੰਹ ਦੇ ਅੰਦਰ ਅਗਰ ਇਹ ਤੇਜ਼ਾਬੀ ਬਣ ਜਾਏ, 5.5 ਤੋਂ ਥੱਲੇ ਆ ਜਾਏ, ਤੇ ਫਿਰ ਉਹ ਐਸਿਡ ਬਣ ਜਾਂਦਾ ਤੇ ਇਹਨੂੰ ਖੋਰਨਾ ਸ਼ੁਰੂ ਕਰ ਦਿੰਦਾ, ਇਹਨੂੰ ਇਨੈਮਲ ਨੂੰ। ਠੀਕ ਹੈ, pH falls below 5.5 when oral bacteria degrade sugar and food particles left in the mouth after eating। ਇਹ ਕਦੋਂ ਹੁੰਦਾ ਹੈ? ਜਦੋਂ ਅਸੀਂ ਰਾਤੀ ਬਰਸ਼ ਕਰਕੇ ਨਹੀਂ ਸੌਂਦੇ ਤੇ ਸਾਡੇ ਦੰਦਾਂ ਜਿਹੜੀ ਰੋਟੀ ਖਾਧੀ ਹੈ, ਖਾਣ ਪੀਣ ਦਾ ਸਮਾਨ ਜੋ ਫਸਿਆ ਰਹਿ ਗਿਆ, ਉਹ ਫਿਰ ਲਾਰ ਦੇ ਵਿੱਚ ਜਿਹੜਾ ਬੈਕਟੀਰੀਆ ਹੁੰਦਾ ਹੈ, ਇਹਨੂੰ ਉਹ ਜਿਹੜਾ ਖਾਣਾ ਫਸਿਆ ਹੁੰਦਾ ਹੈ ਉਹਨੂੰ ਸ਼ੂਗਰ ਵਿੱਚ ਤਬਦੀਲ ਕਰ ਦਿੰਦਾ, ਉਹਨਾਂ ਐਸਿਡ ਬਣਦਾ। ਤੇ ਐਸਿਡ ਔਰ ਸ਼ੂਗਰ ਦੇ ਨਾਲ, ਜਿਹੜੀ ਸ਼ੂਗਰ ਤੇ ਖਾਣੇ ਵਿੱਚ ਹੁੰਦੀ ਹੈ, ਸਟਾਰਚ ਹੁੰਦੀ ਹੈ, ਗਲੂਕੋਜ਼ ਹੁੰਦੀ ਹੈ, ਤੇ ਉਹ ਤੋਂ ਬਣਦਾ ਐਸਿਡ, ਤੇ ਐਸਿਡ ਨੂੰ ਖੋਰਨਾ ਸ਼ੁਰੂ ਕਰ ਦਿੰਦਾ। ਜਦੋਂ ਅਸੀਂ ਬਹੁਤ ਜ਼ਿਆਦਾ ਮਿੱਠਾ ਖਾਂਦੇ ਹਾਂ ਤੇ ਮਿੱਠਾ ਖਾਣ ਤੋਂ ਕਰੂਲੀ ਨਹੀਂ ਕਰਦੇ, ਉਹ ਮਿੱਠਾ ਸਾਡੀ ਦੰਦਾਂ ਨਾਲ ਚਿੰਬੜਿਆ ਰਹਿ ਜਾਂਦਾ ਹੈ ਤੇ ਫਿਰ ਉਸ ਮਿੱਠੇ ਤੋਂ ਬੈਕਟੀਰੀਆ ਕੀ ਬਣਾਉਂਦਾ, ਐਸਿਡ ਬਣਾਉਂਦਾ, ਉਹਨਾਂ pH ਘੱਟ ਦਿੰਦਾ। ਇਸ ਕਰਕੇ ਬੱਚਿਓ ਦੰਦਾਂ ਦੀ ਸਾਂਭ ਸੰਭਾਲ ਦੇ ਦੋ ਅਸੂਲ ਨੇ। ਇੱਕ ਤੇ ਹਮੇਸ਼ਾ ਖਾਣ ਪੀਣ ਤੋਂ ਬਾਅਦ ਕਰੂਲੀ ਕਰੋ, ਦਿਨੇ ਕੁਝ ਵੀ ਖਾਧਾ ਹੈ ਆਲਵੇਜ਼ ਰਿੰਸ ਯੂਰ ਮਾਊਥ, ਕਰੂਲੀ ਕਰਨੀ ਚੰਗੀ ਤਰ੍ਹਾਂ ਤਾਂ ਕਿ ਦੰਦਾਂ ਜਿਹੜਾ ਕੋਈ ਚੀਜ਼ ਫਸੀ ਹੈ ਉਹ ਨਾਲ ਦੇ ਨਾਲ ਨਿਕਲ ਜਾਵੇ। ਠੀਕ ਹੈ, ਕਰੂਲੀ ਜ਼ਰੂਰ ਕਰਨੀ ਹੈ। ਤੇ ਦੂਜੀ ਗੱਲ, ਰਾਤੀ ਸੌਣ ਤੋਂ ਪਹਿਲੇ ਬਰਸ਼ ਜ਼ਰੂਰ 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 ਕਰਨਾ ਹੈ। ਜੇ ਇਹ ਦੋ ਗੱਲਾਂ ਨੂੰ ਅਪਣਾਓਗੇ ਸਾਰੀ ਉਮਰ ਤੁਹਾਡੇ ਦੰਦਾਂ ਨੂੰ ਕੁਝ ਵੀ ਨਹੀਂ ਹੋਏਗਾ। ਇਹ ਮੇਰਾ ਆਪਣਾ ਨਿੱਜੀ ਤਜਰਬਾ ਹੈ। ਇਹ ਗੱਲਾਂ ਬੱਚਿਓ ਮੈਨੂੰ ਦੱਸਣ ਵਾਲਾ ਕੋਈ ਨਹੀਂ ਸੀ ਜਦੋਂ ਮੈਂ ਛੋਟਾ ਸੀਗਾ। ਸੋ 12ਵੀਂ ਤੱਕ ਪਹੁੰਚਦੇ ਪਹੁੰਚਦੇ ਮੇਰੇ 2-3 ਦੰਦਾਂ ਨੂੰ ਕੀੜੇ ਲੱਗ ਗਏ, ਪਰ ਉਸ ਤੋਂ ਬਾਅਦ ਮੈਨੂੰ ਗੱਲ ਸਮਝ ਆ ਗਈ। ਮੈਨੂੰ ਡੈਂਟਿਸਟ ਨੇ ਸਮਝਾਤਾ, ਕਹਿੰਦੇ ਕਾਕਾ ਰਾਤੀ ਸੌਣ ਤੋਂ ਪਹਿਲੇ ਬਰਸ਼ ਜ਼ਰੂਰ ਕਰਨਾ। ਉਦੋਂ ਤੋਂ ਬਾਅਦ ਫਿਰ ਮੈਂ ਆਦਤ ਪੱਕੀ ਕਰ ਲਈ। ਸੋ ਬੱਚਿਓ ਜਿਹੜਾ ਦੰਦਾਂ ਦਾ ਨੁਕਸਾਨ ਹੋਣਾ ਸੀ ਉਹ 10ਵੀਂ 11ਵੀਂ ਤੱਕ ਪਹੁੰਚਦੇ ਪਹੁੰਚਦੇ ਹੋ ਗਿਆ। ਉਸ ਤੋਂ ਬਾਅਦ ਫਿਰ ਮੇਰਾ ਦੰਦਾਂ ਦਾ ਹੋਰ ਨੁਕਸਾਨ ਨਹੀਂ ਹੋਇਆ ਤੇ ਮੇਰਾ ਕਿੰਨਾ ਵਧੀਆ ਹੋ ਗਿਆ ਨਾ। ਸੋ ਜੇ ਤੁਸੀਂ ਇਹ ਗੱਲ ਹੁਣ ਮੈਂ ਤੁਹਾਨੂੰ ਦੱਸ ਰਿਹਾ ਤੇ ਜੇ ਤੁਸੀਂ ਇਹ ਗੱਲ ਅਪਣਾ ਲਵੋ ਤੇ ਤੁਹਾਡੇ ਵੀ ਸਾਰੀ ਉਮਰ ਤੱਕ ਦੰਦ ਜਿਹੜੇ ਨੇ ਉਹ ਕਾਇਮ ਰਹਿਣਗੇ। ਠੀਕ ਹੈ, ਸੋ ਟੁੱਥ ਡਿਕੇ ਕੈਨ ਬੀ ਪ੍ਰੀਵੈਂਟਡ ਬਾਈ ਰਿੰਸਿੰਗ। ਰਿੰਸਿੰਗ ਵਾਲੇ ਕਰੂਲੀ ਕਰਨੀ, ਦ ਮਾਊਥ ਆਫਟਰ ਈਟਿੰਗ ਫੂਡ ਐਂਡ ਬਰਸ਼ਿੰਗ ਟੀਥ ਡੇਲੀ ਐਸਪੈਸ਼ਲੀ ਬਿਫੋਰ ਗੋਇੰਗ ਟੂ ਬੈਡ। ਬਿਸਤਰੇ ਤੇ ਪੈਣ ਤੋਂ ਪਹਿਲਾਂ ਟਾਈਮ ਨਾਲ ਰੋਟੀ ਖਾਓ, 7-7:30 ਵਜੇ ਤੱਕ ਰੋਟੀ ਖਾ ਲਓ ਤੇ ਰੋਟੀ ਖਾਣ ਤੋਂ ਥੋੜ੍ਹੀ ਦੇਰ ਬਾਅਦ 15-20 ਮਿੰਟ ਬਾਅਦ ਨੀਂਦ ਦਾ ਜ਼ੋਰ ਪੈਣ ਤੋਂ ਪਹਿਲੇ ਫਟਾਫਟ ਪਹਿਲੇ ਬਰਸ਼ ਕਰ ਲਓ। ਠੀਕ ਹੈ, ਐਡੀਸ਼ਨਲੀ ਨਾਲ ਦੇ ਨਾਲ ਐਲਕਲਾਈਨ ਪੇਸਟ ਮੇ ਆਲਸੋ ਬੀ ਯੂਜ਼ਡ ਟੂ ਨਿਊਟਰਲਾਈਜ਼ ਦੀ ਐਕਸੈਸ ਐਸਿਡਸ। ਕਈ ਬੱਚਿਆਂ ਦੀ ਲਾਰ ਵਿੱਚ ਕੁਦਰਤੀ ਐਸਿਡ ਜ਼ਿਆਦਾ ਹੁੰਦਾ ਜਨਮ ਤੋਂ ਹੀ, ਉਹ ਫਿਰ ਡੈਂਟਿਸਟ ਕੋਲ ਜਾਓ ਤੇ ਡੈਂਟਿਸਟ ਕਹੇਗਾ ਤੁਸੀਂ ਐਲਕਲਾਈਨ ਪੇਸਟ ਹੁੰਦਾ ਜਿਹ 'ਚ ਥੋੜ੍ਹਾ ਜਿਹਾ ਬੇਸ ਹੁੰਦਾ, ਉਹ ਫਿਰ ਇਸ ਐਸਿਡ ਨੂੰ ਨਿਊਟਰਲਾਈਜ਼ ਕਰ ਦਿੰਦਾ ਹੈ। ਜਾਂ ਕਈ ਵਾਰ ਇਹੋ ਜਿਹੇ ਕੇਸਾਂ ਵਿੱਚ, ਕਿਉਂਕਿ ਸਪੈਸ਼ਲ ਕੇਸ ਹੈ, ਉਹ ਫਿਰ ਡਾਕਟਰ ਕੋਈ ਤੁਹਾਨੂੰ ਟੁੱਥ ਪੇਂਟ ਦਿੰਦੇ ਨੇ ਤਾਂ ਕਿ ਦੰਦਾਂ ਨੂੰ ਉਹ ਐਸਿਡ ਦੇ ਅਟੈਕ ਤੋਂ ਬਚਾਇਆ ਜਾ ਸਕੇ। ਪਰ ਆਮ ਜਿਹੜੀ ਜਨਤਾ ਹੈ ਉਹਦੇ ਲਈ ਦੋ ਗੱਲਾਂ ਧਿਆਨ ਰੱਖਣ ਵਾਲੀਆਂ, ਹਰ ਖਾਣਾ ਖਾਣ ਤੋਂ ਬਾਅਦ ਕਰੂਲੀ ਤੇ ਸੌਣ ਤੋਂ ਪਹਿਲੇ ਦੰਦਾਂ ਦਾ ਬਰਸ਼। ਕੈਮੀਕਲ ਵਾਰਫੇਅਰ ਇਨ ਨੇਚਰ। ਬੱਚੋ ਦੇਖੋ, ਇੱਕ ਤੇ ਇੱਕ ਦੂਜੇ ਤੇ ਲੋਕ ਦੁਸ਼ਮਣੀ ਕਰਕੇ ਅਟੈਕ ਕਰਦੇ ਨੇ, ਹਨਾ। ਇਹ ਕੈਮੀਕਲ ਵਾਰਫੇਅਰ ਹੁੰਦਾ ਬੱਚਿਓ, ਮਤਲਬ ਕਿ ਜੰਗ ਮੈਦਾਨ, ਜੰਗ ਦਾ ਸਮਾਨ।
ਕੈਮੀਕਲ ਵਾਰਫੇਅਰ ਇਨ ਨੇਚਰ, ਕੁਦਰਤੀ ਵਿੱਚ ਵੀ ਜੰਗ ਹੁੰਦਾ ਹੈ। ਦੇਖੋ ਸਟਿੰਗ ਹੁੰਦਾ ਡੰਗ, ਬਾਇਆ ਹਨੀ ਬੀ ਮੈਨੇ ਮਖੀਲ, ਸ਼ਹਿਦ ਦੀ ਮੱਖੀ ਜਦੋਂ ਸਾਡੇ ਡੰਗ ਮਾਰਦੀ ਹੈ ਤੇ ਕੀ ਕਰਦੀ ਹੈ, ਇੰਜੈਕਟਸ ਐਨ ਐਸਿਡ, ਡੰਗ ਮਾਰ ਕੇ ਸਾਡੇ ਅੰਦਰ ਬੋਡੀ 'ਚ ਐਸਿਡ ਪਾ ਦਿੰਦੀ ਹੈ, ਵਿਚ ਕਾਜ਼ਿਜ਼ ਪੇਨ, ਜਿਹਨਾਂ ਦਰਦ ਹੁੰਦੀ ਹੈ, ਇਰੀਟੇਸ਼ਨ ਤੇ ਸੋਜ ਹੋ ਜਾਂਦੀ ਹੈ। ਉਹ ਮਤਲਬ ਕਿ ਸਾਨੂੰ ਮਤਲਬ ਕਿ ਨਾ ਖਾਜ ਹੋਣ ਲੱਗ ਜਾਂਦੀ ਹੈ ਉੱਥੇ। ਦੀ ਪੇਨ ਐਂਡ ਸਵੈਲਿੰਗ, ਦਰਦ ਅਤੇ ਸੋਜ, ਸਵੈਲਿੰਗ ਮੈਨੇ ਸੋਜ, ਕੈਨ ਬੀ ਰਿਲੀਵਡ ਬਾਈ ਰਬਿੰਗ ਅ ਮਾਈਲਡ ਬੇਸ ਲਾਈਕ ਸੋਡੀਅਮ ਬਾਈਕਾਰਬੋਨੇਟ, ਬੇਕਿੰਗ ਸੋਡਾ। ਹੁਣ ਜਦੋਂ ਬੱਚੇ ਤੁਹਾਡੇ ਕੋਈ ਕੀੜੀ ਡੰਗ ਮਾਰਦੇ ਜ਼ਬਰਦਸਤ, ਕੋਈ ਖਾਸ ਕੀੜੀਆਂ, ਉਹਨਾਂ ਦਾ ਡੰਗ ਬੜਾ ਤੇਜ਼ ਹੁੰਦਾ ਹੈ, ਜਾਂ ਸ਼ਹਿਦ ਦੀ ਮੱਖੀਆਂ ਧਮੋੜੀ ਤੁਹਾਡੇ ਡੰਗ ਮਾਰ ਦੇਵੇ, ਤੇ ਕੀ ਕਰਨਾ ਚਾਹੀਦਾ ਬੱਚਿਓ, ਸਾਨੂੰ ਹੋਰ ਜ਼ਿਆਦਾ ਚੋਚਲੇ ਜਾਂ ਹੋਰ ਜ਼ਿਆਦਾ ਪੰਗੇ ਨਹੀਂ ਕਰਨੇ ਚਾਹੀਦੇ। ਬਾਕੀ ਜੇ ਡੰਗ ਬਹੁਤ ਜ਼ਿਆਦਾ ਸਟਰੋਂਗ ਹੈ ਫਿਰ ਡਾਕਟਰ ਕੋਈ ਤੁਹਾਨੂੰ ਐਂਟੀ ਐਲਰਜੀ ਦਵਾਈ ਦਿੰਦਾ, ਨਹੀਂ ਤੇ ਕੀ ਕਰੋ, ਘਰ ਸੋਡਾ ਹੁੰਦਾ, ਬੇਕਿੰਗ ਸੋਡਾ, ਜਿਹਨੂੰ ਕਹਿੰਦੇ ਮਿੱਠਾ ਸੋਡਾ, ਸੋਡੀਅਮ ਬਾਈਕਾਰਬੋਨੇਟ, ਬੇਕਿੰਗ ਸੋਡਾ, ਮਿੱਠਾ ਸੋਡਾ, ਉਹਨੂੰ 2 ਬੂੰਦਾਂ ਪਾਣੀ ਪਾ ਕੇ ਪੇਸਟ ਜਿਹਾ ਬਣਾਓ ਤੇ ਉੱਥੇ ਜਿਹੜੇ ਡੰਗ ਮਾਰਿਆ ਉੱਥੇ ਰਗੜਾ, ਉੱਥੇ ਮਾੜਾ ਜਿਹਾ ਰਗੜ ਦਿਓ ਪੋਲਾ, ਤੇ ਉਹ ਕੀ ਹੋਏਗਾ, ਜਿਹੜਾ ਐਸਿਡ ਉਹਨੇ ਪਾਇਆ ਹੈ ਮਧੂਮੱਖੀ ਨੇ ਸਾਡੀ ਬਾਡੀ ਵਿੱਚ, ਉਹ ਫਿਰ ਡੰਗ ਜਿਹੜਾ ਐਸਿਡ ਹੈ ਉਹ ਇਸ ਸੋਡੀਅਮ ਬਾਈਕਾਰਬੋਨੇਟ ਦੇ ਨਾਲ ਉਹਨੂੰ ਨਿਊਟਰਲਾਈਜ਼ ਕਰ ਦੇਗਾ, ਉਹਦਾ ਅਸਰ ਘਟਾ ਦੇਗਾ, ਉਹਨਾਂ ਸੋਜ ਵੀ ਘਟ ਜਾਏਗੀ ਤੇ ਦਰਦ ਵੀ ਘਟ ਜਾਏਗੀ। ਠੀਕ ਹੈ, ਓਕੇ ਚਲਿਏ। ਦੂਜਾ ਬੱਚਾ ਐਗਜ਼ਾਮਪਲ ਹੈ ਨੈਟਲ। ਇਹ ਤੁਹਾਨੂੰ ਸਟਾਰਟਿੰਗ 'ਚ ਵੀ ਦੱਸਿਆ, ਨੈਟਲ ਦੇ ਵਿੱਚ ਹੁੰਦਾ ਫਾਰਮਿਕ ਐਸਿਡ ਹੁੰਦਾ ਨਾ। ਨੈਟਲ ਇਜ਼ ਹਰਬੇਸ਼ੀਅਸ ਹੁੰਦਾ ਬਟ ਜੜੀ ਬੂਟੀ ਟਾਈਪ ਦਾ। ਹਰਬਸ ਉਹ ਬੂਟੇ ਹੁੰਦੇ ਨੇ ਜਿਹਨਾਂ ਦੀ ਲੱਕੜ ਨਹੀਂ ਬਣਦੀ, ਜੋ ਲੱਕੜ ਦਾ ਰੂਪ ਧਾਰਨ ਨਹੀਂ ਕਰਦੇ, ਨਿੱਕੀ ਨਿੱਕੀ ਟਾਹਣੀਆਂ ਜਿਹੀ ਰਹਿੰਦੀਆਂ। ਠੀਕ ਹੈ, ਸੋ ਨੈਟਲ ਇਜ਼ ਅ ਹਰਬੇਸ਼ੀਅਸ ਵਾਈਲਡ ਪਲਾਂਟ, ਜੰਗਲੀ ਜੜੀ ਬੂਟੀ ਹੈ, ਹੂਜ਼ ਸਟਿੰਗਿੰਗ ਮੈਨੇ ਡੰਗ ਮਾਰਨ ਵਾਲੇ ਹੇਅਰ, ਬੜੇ ਬਰੀਕ ਬਰੀਕ ਰੇਸ਼ੇ ਹੁੰਦੇ ਨੇ, ਉਹ ਵੀ ਜੇ ਪੈਰ ਨੂੰ ਛੂ ਜੇ, ਹੱਥ ਲੱਗ ਜਾਏ ਤੇ ਇੰਜੈਕਟ ਮੈਥਾਨੋਇਕ ਐਸਿਡ, ਜਿਹਨੂੰ ਫਾਰਮਿਕ ਐਸਿਡ ਕਹਿੰਦੇ ਆ, ਇਹ ਵੀ ਜਿਹੜੇ ਹੱਥ ਲੱਗ ਜਾਏ ਤੇ ਸਾਡੇ ਨਾਲ ਦੇ ਨਾਲ ਹੀ ਚਮੜੀ ਦੇ ਵਿੱਚ ਕੀ ਕਰਦਾ, ਉਹ ਹੇਅਰ ਦੇ ਰਾਹੀਂ, ਬੜੇ ਬਹੁਤ ਬਰੀਕ ਤਿੱਖੇ ਹੇਅਰ ਹੁੰਦੇ ਨੇ, ਉਹਦੇ ਰਾਹੀਂ ਮੈਥਾਨੋਇਕ ਐਸਿਡ ਚਲਾ ਜਾਂਦਾ, ਕਾਜ਼ਿੰਗ ਬਰਨਿੰਗ ਪੇਨ, ਬਹੁਤ ਜ਼ਿਆਦਾ ਸਾੜੇ ਵਾਲੀ ਦਰਦ ਹੁੰਦੀ ਹੈ। ਤੇ ਰਬਿੰਗ ਦੀ ਸਟੰਗ ਮੈਨੇ ਡੰਗ ਮਾਰਿਆ ਹੋਇਆ ਜੋ ਏਰੀਆ ਹੈ ਜਿੱਥੇ ਡੰਗ ਮਾਰਿਆ ਗਿਆ, ਵਿਦ ਦੀ ਲੀਫ ਆਫ ਦੀ ਡੌਗ ਪਲਾਂਟ, ਇੱਕ ਹੋਰ ਬੱਚੇ ਉਹ ਜੰਗਲੀ ਬੂਟਾ ਹੁੰਦਾ ਹੈ ਡੌਗ ਪਲਾਂਟ, ਔਰ ਦੇਖੋ ਕੁਦਰਤ ਦੇ ਨਾਲ ਹੀ ਇਲਾਜ ਬਣਾਤਾ ਹੈ। ਜ਼ਿਆਦਾਤਰ ਦੇਖੋਗੇ ਜਿਹੜਾ ਜੰਗਲ ਵਿੱਚ ਜਿਹੜੇ ਬੰਦੇ ਥੋੜਾ ਜੰਗਲਾਤ ਬਾਰੇ ਜਾਣਦੇ ਨੇ, ਜਿੱਥੇ ਨੈਟਲ ਦੀ ਨਾਮ ਦੀ ਜੜੀ ਬੂਟੀ ਹੁੰਦੀ ਹੈ ਉਹਦੇ ਨਾਲ ਹੀ ਇੱਕ ਜੰਗਲੀ ਬੂਟਾ, ਜੰਗਲੀ ਘਾਹ ਵਰਗਾ ਬੂਟਾ ਡੌਗ ਪਲਾਂਟ ਲਗਾਉਂਦੇ ਨਾਲ ਹੀ, ਤੇ ਕਹਿੰਦੇ ਇਹਦੇ ਪੱਤੇ ਤੋੜ ਕੇ ਫਟਾਫਟ ਜਿੱਥੇ ਇਹਦੇ ਬਾਲ ਟੱਚ ਕੀਤੇ ਨੇ ਨੈਟਲ ਦੇ, ਮਲੀਆ ਵਾਲੀ ਜੜੀ ਬੂਟੀ ਦੇ, ਉੱਥੇ ਰਗੜ ਦਿਓ ਉਹਦੇ ਪੱਤੇ ਲੈ ਕੇ ਡੌਗ ਪਲਾਂਟ ਦੇ, ਤੇ ਉਹਦੇ ਨਾਲ ਆਰਾਮ ਮਿਲ ਜਾਂਦਾ। ਕਿਉਂ, ਡੌਗ ਪਲਾਂਟ ਆਫਟਨ ਗਰੋਜ਼ ਬਿਸਾਈਡ ਦੀ ਨੈਟਲ ਇਨ ਦਾ ਵਾਈਲਡ ਮਾਨੇ ਜੰਗਲ ਵਿੱਚ, ਇਹਦੇ ਨਾਲ ਹੀ ਉਗਦਾ, ਐਂਡ ਇਟ ਇਜ਼ ਐਲਕਲਾਈਨ ਇਨ ਨੇਚਰ ਐਂਡ ਨਿਊਟਰਲਾਈਜ਼ਸ ਦੀ ਐਸਿਡ, ਮੈਥਾਨੋਇਕ ਐਸਿਡ ਜਿਹੜਾ ਹੈ ਉਹਨੂੰ, ਇਹਦਾ ਐਲਕਲਾਈਨ ਨੇਚਰ ਜਿਹੜਾ ਹੈ ਉਹ ਨਿਊਟਰਲਾਈਜ਼ ਕਰ ਦਿੰਦਾ ਹੈ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਸਾਡਾ ਤੁਹਾਡੇ ਚੈਪਟਰ 2 ਦਾ ਐਸਿਡਸ, ਬੇਸਿਸ ਐਂਡ ਸਾਲਟਸ ਦਾ ਨੋਟਸ ਪਾਰਟ 1। ਸੋ ਮੈਂ ਆਸ ਕਰਦਾ ਇਸ ਵੀਡੀਓ ਰਾਹੀਂ ਤੁਸੀਂ ਜਿਹੜਾ ਇਹ ਇਹਨਾਂ ਹਿੱਸੇ ਦੇ ਨੋਟਸ ਹੈਗੇ ਨੇ ਚੰਗੀ ਤਰ੍ਹਾਂ ਸਮਝ ਲਏ ਹੋਣਗੇ ਤੇ ਇਹਨਾਂ ਨੂੰ ਕਾਪੀ ਡਾਊਨ ਵੀ ਕਰ ਲਿਆ ਹੋਵੇਗਾ। ਅਗਲੇ ਵੀਡੀਓ ਵਿੱਚ ਇਹਦਾ ਜੋ ਰਿਮੇਨਿੰਗ ਪਾਰਟ ਹੈ ਇਸ ਚੈਪਟਰ ਦਾ, ਉਹਨੂੰ ਨੋਟਸ ਪਾਰਟ 2 ਦੇ ਟਾਈਟਲ ਦੇ ਹੇਠ ਤੁਹਾਡੇ ਲਈ ਛੇਤੀ ਹੀ ਲੈ ਕੇ ਆਵਾਂਗੇ। ਤੁਸੀਂ ਇਸੇ ਤਰ੍ਹਾਂ ਡਟ ਕੇ ਮਿਹਨਤ ਦੇ ਨਾਲ, ਅਨੁਸ਼ਾਸਨ ਦੇ ਨਾਲ ਤੇ ਨਿਰੰਤਰਤਾ ਦੇ ਨਾਲ, ਸਮਰਪਣ ਦੇ ਨਾਲ ਤੁਸੀਂ ਆਪਣੀ ਪੜ੍ਹਾਈ ਕਰਦੇ ਰਹੋ ਅਤੇ ਅੱਗੇ ਵਧਦੇ ਰਹੋ। ਅਗਲੀ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰੱਖਾ। ਥੈਂਕ ਯੂ ਵੈਰੀ ਮਚ।